ਸਰ ਪਠਾਨ ਮੂਵੀ ਬੈਨ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਹਿੰਦੂ ਧਰਮ ਜਾਂ ਸਨਾਤਨ ਧਰਮ ਨੂੰ ਮੰਨਣ ਵਾਲੇ ਲੋਕਾਂ ਤੋਂ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਬਾਰ-ਬਾਰ ਫਿਲਮਾਂ ਦੇ ਵਿੱਚ ਕਿਉਂਕਿ ਪੀਕੇ ਹੋ ਗਈ, ਓ ਮਾਈ ਗੋਡ ਹੋ ਗਈ, ਇਹਨਾਂ ਵਰਗੀਆਂ ਫਿਲਮਾਂ ਦੇ ਵਿੱਚ ਕੇਸਰੀ ਰੰਗ ਦਾ ਜਾਂ ਫਿਰ ਕਹਿ ਲਓ ਮੂਰਤੀਆਂ ਦਾ ਜਾਂ ਹਿੰਦੂ ਧਰਮ ਦਾ ਖਾਸ ਤੌਰ ਤੇ मजाक या अपमान किया जाता है। पहले इसके बारे में एक बात बोलना चाहूँगा कि जो ये केसरी रंग कह रहे हैं, भगवा रंग कह रहे हैं, क्या ये हिंदू धर्म है? या जो ग्रीन रंग बोल देते हैं कि मुसलमान का हो गया, ये ऐसे मतलब रंगों को हमने कैसे धर्म के नाम पे बांट दिया है? जब तक कोई धर्म नहीं आया था दुनिया में, क्या उस टाइम पे रंग नहीं होते थे? क्या उस टाइम पे कोई पशु नहीं होते थे? तो ये हमारी छोटी सोच का एक प्रतीक है जो हम इस तरह का विरोध कर रहे हैं। ਸਿੱਖਾਂ ਦੇ ਵਿੱਚ ਕੇਸਰੀ ਰੰਗ ਅਸੀਂ ਪਵਿੱਤਰ ਮੰਨਦੇ ਆ। ਅਸੀਂ ਸਾਡੇ ਸਰੂਪੇ ਕੇਸਰੀ ਰੰਗ ਦੇ ਹੁੰਦੇ ਆ। ਠੀਕ ਆ, ਕੱਪੜੇ ਪਾ ਸਕਦਾ, ਜਿਵੇਂ ਤੁਸੀਂ ਦੱਸ ਦਿਓ ਅਸ਼ਲੀਲਤਾ ਨਾ ਮਤਲਬ ਫਿਰ ਡਾਂਸ ਕਰੇ ਜਾਂ ਇੱਦਾਂ ਕਰੇ, ਉਹ ਕੰਮ ਤਾਂ ਗਲਤ ਹੈ ਨਾ। ਰਾਮ ਜੀ ਦਾ ਜਾਂ ਰਾਵਣ ਦਾ ਠੀਕ ਹੈ ਕੀ ਮਜ਼ਾਕ ਉਡਾਇਆ ਜਾਂਦਾ, ਰਾਮ ਬੋਤਲਾਂ ਲੈ ਕੇ ਆ ਰਹੇ ਆ ਜਾਂ ਕੁਝ ਮੀਮ ਜੋਕਸ ਵੀ ਵੈਸੇ ਵੀ ਜਦੋਂ ਰਾਮਲੀਲਾ ਹੁੰਦੀ ਆ ਠੀਕ ਹੈ ਕੀ ਹਾਲ ਹੋ ਰਿਹਾ ਹੁੰਦਾ। किसी बंदे का विरोध करियो कि वो एक मुस्लिम धर्म से बिलोंग करता है, जो इसका स्टार है, अब इसीलिए इसका विरोध कर रहे हो। ਲੋਕ ਬੰਦਿਆਂ ਨੂੰ ਟਾਰਗੇਟ ਕਰ ਰਹੇ ਕਿ ਹਾਂ ਫਲਾਨਾ ਮੁਸਲਮਾਨ ਹੈ, ਹੋ ਸਕਦਾ ਉਹਦਾ ਡਾਇਰੈਕਟਰ ਕੋਈ ਹੋਰ ਹੋਵੇ। ਫਿਲਮਾਂ ਵਿੱਚ ਲੋਕਾਂ ਦੇ ਭਾਵਨਾਵਾਂ ਨੂੰ ਅਪਸੈਟ ਹੁੰਦਾ ਹੈ ਜਾਂ ਲੋਕਾਂ ਦੇ ਧਰਮਾਂ ਨੂੰ ਅਪਸੈਟ ਹੁੰਦਾ ਹੈ ਜਾਂ ਫਿਰ ਲੋਕਾਂ ਦੇ ਜ਼ਮੀਰ ਨੂੰ ਅਪਸੈਟ ਹੁੰਦਾ ਹੈ, ਇਹ ਲੋਕਾਂ ਦੀ ਚੋਇਸ ਹੈ। ਪਠਾਨ ਦੇ ਕੈਰੈਕਟਰ ਨੂੰ ਨਹੀਂ ਓਫੈਂਡ ਕਰਨਾ ਚਾਹੀਦਾ। ਪਰ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਤੇ ਮੈਂ ਆਕਾਂक्षा ਸੋਢੀ। ਦਰਸ਼ਕੋ, ਸਾਡਾ ਦੇਸ਼ ਹੈ ਜਿਹੜਾ ਭਿੰਨਤਾ ਦਾ ਦੇਸ਼ ਹੈ। ਇੱਥੇ ਵੱਖੋ ਵੱਖਰੇ ਧਰਮ ਤੇ ਵੱਖੋ ਵੱਖਰੀ ਜਾਤੀਆਂ ਦੇ ਲੋਕ ਰਹਿੰਦੇ ਆਏ ਨੇ ਤੇ ਰਹਿ ਰਹੇ ਨੇ। ਲੇਕਿਨ ਬਾਲੀਵੁੱਡ ਸਿਨੇਮਾ ਜਾਂ ਅਗਰ ਆਪਾਂ ਮਿਊਜ਼ਿਕ ਇੰਡਸਟਰੀ ਦੀ ਗੱਲ ਕਰੀਏ ਤਾਂ ਇਸ ਦਾ ਕੰਮ ਨਾ ਸਿਰਫ ਐਂਟਰਟੇਨ ਕਰਨਾ ਹੁੰਦਾ ਹੈ ਬਲਕਿ ਦਰਸ਼ਕਾਂ ਤੱਕ ਕੋਈ ਮੈਸੇਜ ਜਾਂ ਉਹਨਾਂ ਨੂੰ ਕਿਸੇ ਚੀਜ਼ ਪ੍ਰਤੀ ਜਾਗਰੂਕ ਕਰਨਾ ਵੀ ਹੁੰਦਾ ਹੈ, ਮੇਰਾ ਇਹ ਮੰਨਣਾ ਹੈ। ਲੇਕਿਨ ਇੱਕ ਫਿਲਮ ਆਈ ਹੈ ਪਠਾਨ ਜੋ ਕਿ ਕੰਟਰੋਵਰਸੀ 'ਚ ਘਿਰ ਗਈ ਹੈ ਕਿਉਂਕਿ ਅੱਜ ਕੱਲ੍ਹ ਬਾਈਕਾਟ ਟ੍ਰੈਂਡ ਕਾਫੀ ਕਰ ਰਿਹਾ ਕਿਉਂਕਿ ਫਿਲਮਾਂ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਬਾਰ-ਬਾਰ ਜਦੋਂ ਧਰਮ ਮੁੱਦਾ ਬਣਦਾ ਸੀ, ਧਰਮਾਂ ਦੀ ਗੱਲ ਕੀਤੀ ਜਾਂਦੀ ਸੀ ਤਾਂ ਉਸ ਤੋਂ आहत हो के ਜਿਹੜੇ ਦਰਸ਼ਕ ਨੇ ਹੁਣ ਜਾਗਰੂਕ ਹੋਏ ਨੇ ਤੇ ਬਾਰ-ਬਾਰ ਦਰਸ਼ਕਾਂ ਵੱਲੋਂ ਹਿੰਦੂ ਧਰਮ, ਸਿੱਖ ਧਰਮ ਜਾਂ ਮੁਸਲਮਾਨ ਧਰਮ ਜਾਂ ਕਿਸੇ ਵੀ ਧਰਮ ਨੂੰ ਟਾਰਗੇਟ ਨਾ ਕੀਤਾ ਜਾਵੇ, ਇਹਦੀ ਡਿਮਾਂਡ ਕੀਤੀ ਜਾ ਰਹੀ ਹੈ। ਚਾਹੇ ਉਹ ਪੀਕੇ ਫਿਲਮ ਹੋਵੇ, ਚਾਹੇ ਉਹ ਓ ਮਾਈ ਗੋਡ ਫਿਲਮ ਹੋਵੇ। ਤੇ ਹੁਣ ਇੱਕ ਫਿਲਮ ਆ ਗਈ, ਪਹਿਲਾਂ ਆਈ ਸੀ ਬ੍ਰਹਮਾਸਤਰ, ਉਸ ਨੂੰ ਵੀ ਬਾਇਕਾਟ ਕੀਤਾ ਗਿਆ ਹਿੰਦੂ ਕਮਿਊਨਿਟੀ ਵੱਲੋਂ ਕਿ ਇਹਦੇ ਵਿੱਚ ਜਿਹੜਾ ਅਪਮਾਨ ਕੀਤਾ ਜਾ ਰਿਹਾ ਹਿੰਦੂ ਧਰਮ ਦਾ ਤੇ ਇਸ ਤਰੀਕੇ ਨਾਲ ਪੀਕੇ ਦਾ ਵੀ ਵਿਰੋਧ ਕੀਤਾ ਗਿਆ ਸੀ। ਲੇਕਿਨ ਹੁਣ ਫਿਲਮ ਆ ਰਹੀ ਹੈ ਪਠਾਨ। ਸੋ ਜਨਤਾ ਹੀ ਜਿਹੜੀ ਹੈ ਸਭ ਕੁਝ ਡਿਸਾਈਡ ਕਰਦੀ ਹੈ। ਫਿਲਮਾਂ ਵੀ ਜਨਤਾ ਨੂੰ ਹੀ ਐਂਟਰਟੇਨ ਕਰਨ ਲਈ ਬਣਦੀਆਂ ਨੇ ਤੇ ਅਸੀਂ ਜਨਤਾ ਨੂੰ ਹੀ ਪੁੱਛਣਾ ਚਾਹਾਂਗੇ ਕਿ ਉਹਨਾਂ ਦੇ ਕੀ ਓਪੀਨੀਅਨ ਨੇ ਕਿਉਂਕਿ ਪਠਾਨ ਫਿਲਮ ਫਿਰ ਕੰਟਰੋਵਰਸੀਆਂ 'ਚ ਘਿਰ ਗਈ ਹੈ। ਇਸ ਦਾ ਇੱਕ ਜਿਹੜਾ ਗਾਣਾ ਹੈ ਬੇਸ਼ਰਮ ਰੰਗ ਰਿਲੀਜ਼ ਹੋਇਆ ਜਿਹਦੇ ਵਿੱਚ ਕੰਟਰੋਵਰਸੀ ਇਹ ਹੋ ਗਈ ਹੈ ਕਿ ਦੀਪਿਕਾ ਪਾਦੂਕੋਣ ਵੱਲੋਂ ਕੇਸਰੀ ਯਾਨੀ ਕਿ ਭਗਵਾ ਰੰਗ ਦੀ ਜਿਹੜੀ ਹੈ ਬਿਕਨੀ ਪਾਈ ਗਈ ਹੈ। ਮੈਂ ਉਹਨਾਂ ਨੂੰ ਅਸ਼ਲੀਲ ਕੱਪੜੇ ਕਹੂੰਗੀ ਕਿ ਅਸ਼ਲੀਲ ਕੱਪੜੇ ਪਾਏ ਗਏ ਨੇ ਤੇ ਸ਼ਾਹਰੁਖ ਖਾਨ ਵੱਲੋਂ ਤੇ ਦੀਪਿਕਾ ਪਾਦੂਕੋਣ ਵੱਲੋਂ ਕਾਫੀ ਇੱਕ ਗਲੈਮਰਸ ਡਾਂਸ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਬਤੌਰ ਬਤੌਰ ਸਿਨੇਮਾ ਐਕਟਰਸ ਉਹਨਾਂ ਦੀ ਜੋ ਰਿਸਪੌਂਸਿਬਿਲਿਟੀਜ਼ ਹੈ ਦਰਸ਼ਕਾਂ ਨੂੰ ਲੱਗਦਾ ਕਿ ਉਹ ਉਸ 'ਤੇ ਖਰੇ ਨਹੀਂ ਉਤਰੇ ਕਿਉਂਕਿ ਭਗਵਾ ਰੰਗ ਤੇ ਕੇਸਰੀ ਰੰਗ ਜਿਹੜਾ ਹੈ ਉਹ ਰਿਪਰੈਜ਼ੈਂਟ ਕਰਦਾ ਹੈ ਕਿਤੇ ਨਾ ਕਿਤੇ ਹਿੰਦੂ ਧਰਮ ਅਤੇ ਸਿੱਖ ਧਰਮ ਦੀਆਂ ਭਾਵਨਾ ਨੂੰ। ਖਾਸ ਤੌਰ 'ਤੇ ਹਿੰਦੂ ਧਰਮ ਇਸ ਰੰਗ ਨਾਲ ਜ਼ਿਆਦਾ ਕਰਕੇ ਜੁੜ ਜਾਂਦੇ ਨੇ ਅਤੇ ਉਹ ਜ਼ਿਆਦਾ ਆਹਤ ਹੋਏ ਨੇ ਅਤੇ ਉਹਨਾਂ ਦੀ ਇਹ ਡਿਮਾਂਡ ਹੈ ਕਿ ਇਹ ਫਿਲਮ ਜਿਹੜੀ ਹੈ ਬੈਨ ਹੋਣੀ ਚਾਹੀਦੀ ਹੈ। ਕਿ ਸ਼ਾਹਰੁਖ ਖਾਨ ਵੱਲੋਂ ਇੱਕ ਵਾਰੀ ਫਿਰ ਤੋਂ ਜਿਹੜਾ ਇੱਕ ਕੰਟਰੋਵਰਸੀ 'ਚ ਸ਼ਾਹਰੁਖ ਖਾਨ ਜਿਹੜੇ ਨੇ ਘਿਰ ਗਏ ਨੇ ਅਤੇ ਅਸੀਂ ਜਨਤਾ ਨੂੰ ਹੀ ਪੁੱਛਣਾ ਚਾਹਾਂਗੇ ਕਿ ਜੋ ਲੋਕ ਇਸ ਚੀਜ਼ ਨੂੰ ਬੈਨ ਦੀ ਮੰਗ ਕਰ ਰਹੇ ਨੇ ਕਿ ਬਾਕੀ ਜਨਤਾ ਵੀ ਇਸ ਚੀਜ਼ ਨਾਲ ਐਗਰੀ ਕਰਦੀ ਹੈ ਅਤੇ ਜਨਤਾ ਦਾ ਕੀ ਓਪੀਨੀਅਨ ਹੈ, ਲੋਕ ਕੀ ਸੋਚਦੇ ਨੇ ਇਸ ਬਾਰੇ ਆਓ ਜਾਣਦੇ ਹਾਂ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਵਾਂਗੇ ਅਤੇ ਵੱਖੋ ਵੱਖਰੇ ਓਪੀਨੀਅਨਸ ਤੁਹਾਡੇ ਸਾਹਮਣੇ ਰੱਖਾਂਗੇ ਕਿ ਕੀ ਪਠਾਨ ਫਿਲਮ ਦੇ ਵਿੱਚ ਵਾਕਈ ਕਿਸੇ ਧਰਮ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਜਾਂ ਇਹ ਸਿਰਫ ਇੱਕ ਤਰੀਕੇ ਨਾਲ ਕੋਈ ਪ੍ਰੋਪੇਗੈਂਡਾ ਫੈਲ ਗਿਆ। ਇਹ ਸਾਰਾ ਕੁਝ ਤੁਹਾਡੇ ਸਾਹਮਣੇ ਕਲੀਅਰ ਕਰਾਂਗੇ, ਜਨਤਾ ਨਾਲ ਗੱਲਬਾਤ ਕਰਦੇ ਹਾਂ।
ਸਰ ਪਠਾਨ ਮੂਵੀ ਬੈਨ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਹਿੰਦੂ ਧਰਮ ਜਾਂ ਸਨਾਤਨ ਧਰਮ ਨੂੰ ਮੰਨਣ ਵਾਲੇ ਲੋਕਾਂ ਤੋਂ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਬਾਰ-ਬਾਰ ਫਿਲਮਾਂ ਦੇ ਵਿੱਚ, ਕਿਉਂਕਿ ਪੀਕੇ ਹੋ ਗਈ, ਓ ਮਾਈ ਗੋਡ ਹੋ ਗਈ, ਇਹਨਾਂ ਵਰਗੀਆਂ ਫਿਲਮਾਂ ਦੇ ਵਿੱਚ ਕੇਸਰੀ ਰੰਗ ਦਾ ਜਾਂ ਫਿਰ ਕਹਿ ਲਓ ਮੂਰਤੀਆਂ ਦਾ ਜਾਂ ਹਿੰਦੂ ਧਰਮ ਦਾ ਖਾਸ ਤੌਰ ਤੇ ਮਜ਼ਾਕ ਜਾਂ ਅਪਮਾਨ ਕੀਤਾ ਜਾਂਦਾ ਹੈ। ਸੋ ਇਸ ਵਿੱਚ ਵੀ ਬਿਕਨੀ ਕੇਸਰੀ ਰੰਗ ਦੀ ਪਾਈ ਗਈ ਹੈ ਹੀਰੋਇਨ ਵੱਲੋਂ। ਤੇ ਪਹਿਲਾਂ ਵੀ ਸ਼ਾਹਰੁਖ ਖਾਨ ਵੱਲੋਂ ਇੱਕ ਮੂਵੀ ਵਿੱਚ ਕੇਸਰੀ ਰੰਗ ਦੀ ਯੂਨੀਫਾਰਮ ਤੇ ਡਾਇਲੌਗ ਬੋਲਿਆ ਗਿਆ ਸੀਗਾ ਕਿ ਇਹ ਰੰਗ ਹੀ ਨਹੀਂ ਮੈਨੂੰ ਪਸੰਦ। ਸੋ ਉਸ 'ਤੇ ਕੀ ਕਹਿਣਾ ਚਾਹੋਗੇ ਕਿ ਇਹ ਜਾਣਬੁੱਝ ਕੇ ਟਾਰਗੇਟ ਕੀਤਾ ਜਾਂਦਾ ਹੈ ਜਾਂ ਫਿਰ ਉਹਨਾਂ ਕੋਲ ਇਨਡਾਇਰੈਕਟਲੀ ਹੋ ਜਾਂਦਾ ਹੈ ਤੇ ਉਹ ਫਿਰ ਬਾਅਦ 'ਚ ਕਨੈਕਟ ਹੋ ਜਾਂਦਾ है? पहले इसके बारे में एक बात बोलना चाहूँगा कि जो ये केसरी रंग कह रहे हैं, भगवा रंग कह रहे हैं, क्या ये हिंदू धर्म है? या जो ग्रीन रंग बोल देते कि मुसलमान का हो गया, ये ऐसे मतलब रंगों को हमने कैसे धर्म के नाम पे बांट दिया है? ऐसा तो कुछ नहीं है। रंग तो रंग होते हैं, या कोई जानवर है वो बना देगी ये फलाने धर्म का, ये फलाने धर्म का है। जब तक कोई धर्म नहीं आया था दुनिया में, क्या उस टाइम पे रंग नहीं होते थे? क्या उस टाइम पे कोई पशु नहीं होते थे? तो ये हमारी छोटी सोच का एक प्रतीक है जो हम इस तरह का विरोध कर रहे हैं। हालांकि मतलब बहुत सारी कमियां हैं, जैसे हमारे हिंदू धर्म में भी हैं, मुस्लिम में भी, हम सब में होती हैं। और उसके लिए मतलब समय समय पे महापुरुषों ने उनका खंडन किया है उन कमियों का। कबीरदास ने भी कहा है कि पत्थर पूजे प्रभु मिले तो मैं पूजूं पहाड़, तासे तो चाकी बोली जो पीस खाई संसार, उन्होंने भी तो बोला है ना। तो मूवी जो है कि हमारे धर्म में जो कुरीतियाँ हैं उनके ऊपर एक कटाक्ष करने का मतलब इनका पर्पज़ रहता है, उसका मतलब विरोध कर रहे हैं, कोई समझ से बाहर है। वाकई में जो इंटॉलरेंस है हमारे समाज में बहुत ज़्यादा बढ़ गई है। हिंदू धर्म हमारा ऐसा नहीं है, हम समझते जो अच्छी बातें हैं दूसरे धर्मों की भी, और एक प्राकृतिक हमारा रहन सहन है उसका मतलब समावेश करते हैं हम हमारे अंदर। तो इतना विरोध करना ये मैं मानता हूँ कि बिल्कुल गलत है, इसमें कोई तुक नहीं है। ये किसी बंदे का विरोध कर रहे हो कि वो एक मुस्लिम धर्म से बिलोंग करता है जो इसका स्टार है, अब इसीलिए इसका विरोध कर रहे हो इसके। ਪਰ ਤੁਹਾਡਾ ਗੱਲ ਨਾ ਮੈਂ ਤੁਹਾਡੀ ਗੱਲ ਮੈਂ ਸਾਰੀ ਸੁਣ ਲਈ, ਲੇਕਿਨ ਮੈਂ ਇਹ ਵੀ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੂੰਗੀ ਕਿ ਜਿਵੇਂ ਕਿ ਤੁਸੀਂ ਕਿਹਾ ਕਿ ਉਹ ਇੱਕ ਅਲੱਗ ਧਰਮ ਤੋਂ ਬਿਲੋਂਗ ਕਰਦੇ ਨੇ, ਤੇ ਬੀਇੰਗ ਐਨ ਐਕਟਰ ਅਗਰ ਉਹਨਾਂ ਨੂੰ ਪਤਾ ਹੈ ਕਿ ਦੇਸ਼ ਦੇ ਵਿੱਚ ਕੀ ਹਾਲਾਤ ਚੱਲ ਰਹੇ ਨੇ ਜਾਂ ਦੇਸ਼ ਦੇ ਵਿੱਚ ਇੰਨੇ ਧਰਮ ਸਾਡੇ ਦੇਸ਼ ਦੇ ਵਿੱਚ ਨੇ, ਕਿਉਂਕਿ ਸਾਡਾ ਦੇਸ਼ ਭਿੰਨਤਾ ਦਾ ਦੇਸ਼ ਹੈ, ਵੱਖੋ ਵੱਖਰੇ ਧਰਮ ਨੇ ਤੇ ਵੱਖੋ ਵੱਖਰੀਆਂ ਮਾਨਤਾਵਾਂ ਨੇ, ਤਾਂ ਕੀ ਬਤੌਰ ਆਰਟਿਸਟ ਜਾਂ ਬਤੌਰ ਐਕਟਰ ਉਹਨਾਂ ਦੀ ਵੀ ਇੱਕ ਜ਼ਿੰਮੇਵਾਰੀ ਨਹੀਂ ਬਣ ਜਾਂਦੀ ਕਿ ਉਹ ਇੱਕ ਅਜਿਹਾ ਮੈਸੇਜ ਜਾਂ ਇੱਕ ਅਜਿਹੀ ਪਿਕਚਰ ਨਾ ਦਿਖਾਣ ਜਿਹਦੇ ਨਾਲ ਕਿਸੇ ਵੀ ਪਰਟੀਕੂਲਰ ਧਰਮ, ਚਾਹੇ ਉਹ ਹਿੰਦੂ ਧਰਮ ਹੈ ਚਾਹੇ ਉਹ ਮੁਸਲਿਮ ਧਰਮ ਹੈ। ਮੈਂ ਇਹ ਨਹੀਂ ਕਹਿ ਰਹੀ ਕਿ ਉਹਨਾਂ ਨੇ ਕੇਸਰੀ ਰੰਗ ਕਿਉਂ ਪਵਾਇਆ ਜਾਂ ਉਹਨਾਂ ਨੇ ਜਾਣਬੁੱਝ ਕੇ ਪਵਾਇਆ, ਮੈਂ ਇਹ ਕਹਿ ਰਹੀ ਹਾਂ ਕਿ ਜੇਕਰ ਉੱਥੇ ਹਰੇ ਰੰਗ ਦਾ ਵੀ ਕੁਝ ਹੁੰਦਾ ਜਾਂ ਕਿਸੇ ਹੋਰ ਧਰਮ ਦੇ ਰੰਗ ਦਾ ਵੀ ਹੁੰਦਾ ਤਾਂ ਵੀ ਇਹੀ ਸ਼ਾਇਦ ਕੰਟਰੋਵਰਸੀ ਹੋ ਜਾਂਦੀ। ਉਹ ਤੇ ਬਤੌਰ ਐਕਟਰ ਕੀ ਉਹਨਾਂ ਦੀ ਵੀ ਜ਼ਿੰਮੇਵਾਰੀ ਥੋੜੀ ਵੱਧ नहीं जाती फिर? मैं एक बात पूछना चाहता हूँ इसमें कि क्या ये सॉन्ग मैंने हालांकि देखा नहीं है, हालांकि इस पे कंट्रोवर्सी बहुत ज़्यादा है, क्या उसमें सिर्फ एक भगवा कलर ही डाला है उन्होंने, हीरोइन ने बहुत सारे कलर और भी डाले होंगे ना, तो हम इसको पर्टिकुलर इसको हम क्यों टारगेट कर रहे हैं? ਕਿਉਂਕਿ ਉਹਨਾਂ ਦੀ ਪਹਿਲਾਂ ਵੀ ਇੱਕ ਫਿਲਮ ਦੇ ਵਿੱਚ, ਹੁਣ ਜੋ ਕਿ ਹਾਈਲਾਈਟ ਹੋ ਗਿਆ, ਉਹਨਾਂ ਦੀ ਪਹਿਲਾਂ ਵੀ ਇੱਕ ਫਿਲਮ ਦੇ ਵਿੱਚ ਉਹਨਾਂ ਨੇ ਭਗਵੇਂ ਰੰਗ ਦੀ ਯੂਨੀਫਾਰਮ ਨੂੰ ਕਿਹਾ ਸੀ ਇਹ ਰੰਗ ਹੀ ਨਹੀਂ ਮੈਨੂੰ ਪਸੰਦ। ਉਦੋਂ ਵੀ ਹਿੰਦੂ ਭਾਵਨਾਵਾਂ ਜਿਹੜੀਆਂ ਨੇ, ਜੋ ਕੱਟੜ ਹਿੰਦੂ ਕਹਿ ਸਕਦੇ ਆਪਾਂ, ਜੋ ਜਾਂ ਫਿਰ ਜੋ ਸਨਾਤਨ ਧਰਮ ਨੂੰ ਬਹੁਤ ਚੰਗੀ ਤਰ੍ਹਾਂ ਮੰਨਦੇ ਨੇ ਜਾਂ ਫੋਲੋ ਕਰਦੇ ਨੇ, ਜਾਂ ਜੋ ਉਹਨਾਂ ਦੀ ਭਾਵਨਾਵਾਂ ਠੇਸ ਹੋਈਆਂ ਸੀ ਕਿ ਇਹ ਸਾਡੇ ਰੰਗ ਨੂੰ ਕਿਹਾ ਜਾ ਰਿਹਾ, ਇਹ ਰੰਗ ਹੀ ਨਹੀਂ ਮੈਨੂੰ ਪਸੰਦ। ਉਦੋਂ ਵੀ ਕਿਉਂਕਿ ਉਹ ਫਿਰ ਉਹੀ ਗੱਲ ਆ ਜਾਂਦੀ ਕਿ ਉਹ ਖੁਦ ਇੱਕ ਮੁਸਲਮਾਨ ਨੇ, ਤਾਂ ਮੁਸਲਮਾਨ ਵੱਲੋਂ ਇਹ ਕਿਹਾ ਜਾਣਾ ਕਿ ਇਹ ਰੰਗ ਨਹੀਂ ਮੈਨੂੰ ਪਸੰਦ, ਤਾਂ ਉਹ ਚੀਜ਼ ਫਿਰ ज़्यादा हाईलाइट हो जाती है। तो उदों भी उन्होंने वालों एक बयान आया सी। मुझे हालांकि मैंने वो सीन देखा नहीं, आप जिस सीन की बात कर रहे हो, और वो इतने बड़े फिल्म स्टार हैं, वो इस प्रकार नहीं बोल सकते कि ये रंग उन्होंने हिंदुओं को टारगेट करके बोला होगा। वो हमारी छोटी सोच है, हम उसके हिसाब से इसका मतलब निकाल लेते हैं इस तरह से। जो स्टार होते हैं वो एंटरटेनमेंट करने के लिए होते हैं हमारा, ठीक है ना। जैसे आप पीके मूवी की बात कर रहे थे, उसमें जो बातें बताई कि सारी सही बातें तो हैं, वो उसमें कहाँ कुछ गलत है। उन्होंने एक कॉमेडी रूप में उसको उन्होंने उसमें तो दिखाया है लोगों को। आप उससे प्रेरणा क्यों नहीं लेते? आप उससे मतलब आहत क्यों हो रहे हैं उन चीज़ों से? ਜੀ ਤੁਸੀਂ ਜ਼ਿਕਰ ਕਰ ਰਹੇ ਹੋ ਹੁਣ ਪੀਕੇ ਦਾ, ਮੈਨੂੰ ਲੱਗ ਰਿਹਾ ਕਿ ਹੁਣ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਮਜ਼ਾ ਆ ਰਿਹਾ। ਪੀਕੇ ਮੂਵੀ ਦਾ ਜ਼ਿਕਰ ਤੁਸੀਂ ਕੀਤਾ, ਫਿਰ ਗੱਲ ਉਹੀ ਆ ਜਾਂਦੀ ਹੈ ਕਿ ਉਹਦੇ ਵਿੱਚ ਵੀ ਜੋ ਕਿ ਸਨਾਤਨ ਧਰਮ ਜਾਂ ਹਿੰਦੂ ਧਰਮ ਦੇ ਈਸ਼ਟ ਅਸੀਂ ਮੰਨਦੇ ਹਾਂ, ਜਿਨ੍ਹਾਂ ਨੂੰ ਸ਼ਿਵ ਸ਼ੰਕਰ ਜੀ, ਉਹਨਾਂ ਨੂੰ ਕਿਸ ਤਰੀਕੇ ਨਾਲ ਦਿਖਾਇਆ ਗਿਆ। ਇਹੀ ਮੇਰਾ ਪੁਆਇੰਟ ਹੈ ਕਿ ਜਿਵੇਂ ਅਗਰ ਕਿਸੇ ਹੋਰ ਧਰਮ ਦੇ ਕਿਸੇ ਵੀ ਜੋ ਆਈਡਲ ਹੁੰਦੇ ਨੇ ਜਾਂ ਜੋ ਕਿਸੇ ਧਰਮ ਦੂਸਰੇ ਧਰਮ ਜਿਨ੍ਹਾਂ ਨੂੰ ਪੂਜਦੇ ਨੇ, ਆਪਣੇ ਪ੍ਰਭੂ ਮੰਨਦੇ ਨੇ ਜਾਂ ਜੋ ਵੀ ਆਪਣਾ ਆਈਡਲ ਮੰਨਦੇ ਨੇ, ਉਹਨਾਂ ਨੂੰ ਇਸ ਤਰੀਕੇ ਨਾਲ ਦਿਖਾਇਆ ਹੁੰਦਾ ਕਿ ਉਦੋਂ ਭਾਵਨਾਵਾਂ ਉਹਨਾਂ ਧਰਮ ਦੀ ਵੀ ਤਾਂ ਹਰਟ ਹੋਣੀਆਂ ਸੀ ਨਾ। देखिए जैसे
जितने हमारे देवी देवता हैं हमारे धर्म के, और हिंदू धर्म मतलब इतना नहीं है कि आप देवी देवताओं तक ही सीमित हो जाएंगे। आप अगर पुराने उसमें जाएंगे, इतिहास में वेदों के टाइम पे जाएंगे, वेदों के टाइम पे जैसे आप जिन देवी देवताओं का नाम ले रहे हैं उनका तो कोई वेदों में जिक्र ही नहीं है। वो तो प्रकृति की पूजा करें ना, जिसमें बहुत सारे जो मंत्र हैं वो सूर्य देव के लिए हैं, वरुण देव के लिए हैं, अग्नि देव के लिए, उनको समर्पित है। वो तो इवोल्यूशन होता रहता है, आगे आगे धीरे धीरे होता रहता है। ये कोई ऐसा नहीं है कि आप किसी ने कुछ बोल दिया और आप उससे आहत हो गए, समझ लो आप कमज़ोर हैं ना, इसको आपको अपने धर्म के बारे में कुछ पता ही नहीं है। ਪੁਆਇੰਟ ਤਾਂ ਫਿਰ ਮੁੜ ਕੇ ਸਾਰੀ ਕਹਾਣੀ ਉੱਥੇ ਹੀ ਆ ਜਾਂਦੀ ਹੈ ਕਿ ਜਦੋਂ ਆਪਾਂ ਇੱਕ ਐਸੇ ਦੇਸ਼ ਦੇ ਵਿੱਚ ਰਹਿੰਦੇ ਆ ਕਿ ਅਸੀਂ ਇੱਕ ਐਡੀ ਵੱਡੀ ਪੋਸਟ 'ਤੇ ਆ, ਚਾਹੇ ਉਹ ਕੋਈ ਨੇਤਾ ਹੋਵੇ, ਚਾਹੇ ਉਹ ਇੱਕ ਸਮਾਜ ਸੇਵਕ ਹੋਵੇ, ਚਾਹੇ ਉਹ ਇੱਕ ਮੀਡੀਆ ਪਰਸਨ ਜਾਂ ਫਿਰ ਇੱਕ ਐਕਟਰ ਵੀ ਹੋਵੇ, ਹਰ ਕਿਸੇ ਦੀ ਜੋ ਜਿਨ੍ਹਾਂ ਨੂੰ ਲੋਕ ਦੇਖ ਰਹੇ ਨੇ ਤੇ ਜਿਨ੍ਹਾਂ ਨੂੰ ਤੋਂ ਲੋਕ ਸਿੱਖ ਲੈਂਦੇ ਨੇ। ਇਸੇ ਕਰਕੇ ਜਿਵੇਂ ਕਿ ਪਿੱਛੇ ਜੇ ਕਿਹਾ ਜਾ ਰਿਹਾ ਸੀ ਕਿ ਬੰਦੂਕਾਂ ਵਾਲੇ ਗਾਣੇ ਜਾਂ ਗੈਂਗਸਟਰਵਾਦ ਜਿਹੜੇ ਗਾਣੇ ਹੁੰਦੇ ਉਹ ਵੀ ਬੰਦ ਹੋਣੇ ਚਾਹੀਦੇ ਨੇ, ਕਿਉਂਕਿ ਉਹਨਾਂ ਤੋਂ ਲੋਕ ਸਿੱਖਦੇ ਨੇ। ਤੇ ਬਤੌਰ ਐਕਟਰ ਉਹਨਾਂ ਦੀ ਵੀ ਤਾਂ ਫਿਰ ਜ਼ਿੰਮੇਵਾਰੀ ਬਣ ਜਾਂਦੀ ਨਾ ਕਿ ਉਹ ਆਪਣੇ ਵੱਲੋਂ ਹੀ ਕੋਈ ਐਸਾ ਐਕਸ਼ਨ ਨਾ ਲੈਣ ਜਿਹਦੇ ਨਾਲ ਕਿਸੇ ਦੀ ਵੀ ਭਾਵਨਾਵਾਂ ਨੂੰ ਜਾਂ ਲੋਕ ਉਹਨਾਂ ਤੋਂ ਕੁਝ ਅਜਿਹਾ ਸਿੱਖ ਲੈਣ ਜੋ ਉਸ ਪਰਟੀਕੂਲਰ ਧਰਮ ਜਾਂ ਵਰਗ ਨੂੰ ਠੇਸ ਪਹੁੰਚਾਉਂਦਾ ਹੋਵੇ। देखिए, कलाकार का जो एक मकसद होता है ना, वो होता है एंटरटेनमेंट एंटरटेनमेंट एंटरटेनमेंट। और उसने मतलब ऐसे कोई ठेका नहीं ले रखा कि वो सारी इस तरह की बातें ही करेगा, उसको मतलब लोगों का मनोरंजन करना है। और उसमें बहुत अच्छी अच्छी मूवीज़ भी आई हैं स्टार की, ऐसी बात नहीं है। आप हम उनका जिक्र क्यों नहीं करते हैं, जिसमें उन्होंने मतलब बहुत अच्छा संदेश भी दिया है लोगों को। अब जैसे 3 इडियट्स आई थी, वो हमें जीवन का एक फलसफा सिखाती है, हमें जीवन का, कितनी अच्छी मूवी है। तो हम उनको जिक्र न करके छोटी छोटी बातें उठाने लग जाते हैं, इन्होंने ये क्या कर दिया, क्या कर दिया। अब वो अपनी कुछ आज़ादी लेगा ना, एक कलाकार है, मतलब दुनिया को मतलब उसने दिखाना है, 3 घंटे की मूवी दिखाना, तो उसके पास आज़ादी होगी तभी तो कुछ दिखा पाएगा, हमें मतलब अच्छा लगेगा, मनोरंजन होगा। तो मुझे लग रहा है कि हम सारी बकवास बातें कर रहे हैं, इनमें कोई तुक नहीं है इन बातों का। ਅੱਛਾ, ਆਖਰੀ ਸਵਾਲ ਤੁਹਾਡੇ ਤੋਂ ਇਹ ਹੋਏਗਾ, ਆਜ਼ਾਦੀ ਦੀ ਤੁਸੀਂ ਗੱਲ ਕਰ ਰਹੇ ਹੋ, ਆਜ਼ਾਦੀ ਤੋਂ ਵੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਕਿ ਆਜ਼ਾਦੀ ਦਾ ਮਤਲਬ ਫਿਰ ਉਹਨਾਂ ਨੂੰ ਇਹ ਹੱਕ ਦੇਣਾ ਹੈ, ਅਸੀਂ ਐਜ਼ ਬਤੌਰ ਆਡੀਅנס ਕਿ ਉਹਨਾਂ ਨੂੰ ਇਹ ਹੱਕ ਦੇ ਰਹੇ ਹਾਂ ਕਿ ਉਹ ਕਿਸੇ ਵੀ ਧਰਮ, ਮੈਂ ਸਿਰਫ ਹਿੰਦੂ ਧਰਮ ਦੀ ਗੱਲ ਨਹੀਂ ਕਰ ਰਹੀ, ਕਿਸੇ ਵੀ ਧਰਮ ਦੀ ਭਾਵਨਾ ਜਾਂ ਕਿਸੇ ਵੀ ਜਾਤੀ, ਰੰਗ, ਰੂਪ ਜਾਂ ਕਿਸੇ ਨੂੰ ਵੀ ਲੈ ਕੇ ਫਿਰ ਉਹਨਾਂ ਦੀ ਕਿ ਉਹ ਉਸ ਚੀਜ਼ ਨੂੰ ਵੀ ਐਜ਼ ਐਂਟਰਟੇਨमेंट कुछ भी दिखा दें फिर कल ਨੂੰ। देखिए, मैं जैसे और धर्मों का इतना ज़्यादा अध्ययन नहीं किया है, हिंदू धर्म जो हमारा सनातन धर्म उसका हमने काफ़ी अध्ययन किया है, उसमें मतलब रिसर्च भी की है। तो ये हमारा धर्म इतना छोटा नहीं है कि जो ये कलाकार हैं ये कुछ दिखा देंगे इससे हमारा मतलब हर्ट हो जाएगा या वो मतलब धर्म का गड़बड़ हो जाएगी, कुछ इस तरह की कोई भी बात नहीं है। आप धर्म के बारे में पहले जानिए ना, हम अपने धर्म के बारे में बहुत कम जानते हैं। लोग जितनी ये सब बातें कर रहे हैं वो धर्म के बारे में कुछ भी नहीं जानते, कख भी नहीं पता है। और बातें बस ऐसे किसी ने भड़का दिया, किसी ने कि भाई ये भगवा रंग हो गया, ऐसा हो गया, वैसा हो गया, बस उसकी बातों में आ जाते हैं। जितने भी ऐसी चीज़ों के ऊपर जो तोड़ फोड़ होती है, मारपीट होती है, दंगे होते हैं, सिर्फ वो लोग करते हैं जिनको उसके बारे में कुछ पता ही नहीं है, धर्म के बारे में कुछ भी, वो सारे काम कर रहे होते हैं। तो पहले हमें मेरे हिसाब से धर्म के बारे में जानना चाहिए कि धर्म चीज़ क्या है, हम क्या है, सनातन धर्म हमारा है क्या, इवोल्यूशन उसका कैसे हुआ है और कैसे कैसे हमने उसको मानना है, उसके बारे में हमें कुछ पता ही नहीं है। ऐसे ही अंधे हमें किसी ने कुछ बता दिया, कुछ बोल दिया, हम भड़क गए, वो हमारी कमी है, वो हम तो ये मानते हैं। ਸ਼ੁਕਰੀਆ ਬਹੁਤ ਬਹੁਤ। ਤੇ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਕਿ ਪਠਾਨ मूवी जो कि ਸਾਡਾ असली सवाल है कि बैन होनी चाहिए या नहीं? क्यों बैन होनी चाहिए? ये तो कोई कारण नहीं है कि उसने भगवा रंग की बिकनी डाल ली। तो हाँ देखो, अश्लीलता का मैं मूवीज़ में दिखाने का विरोध करता हूँ। वो भगवा रंग नहीं, किसी रंग का भी डालते हैं, मूवी ऐसी बननी चाहिए कि पूरी फैमिली बैठ के देख पाए। ਤੁਸੀਂ ਅਸ਼ਲੀਲਤਾ ਦੀ ਗੱਲ ਕੀਤੀ ਹੈ ਤਾਂ ਇਹ ਗਾਣਾ ਅਸ਼ਲੀਲਤਾ ਲਈ ਵੀ ਕਾਫੀ ਜ਼ਿਆਦਾ ਹਾਈਲਾਈਟ ਹੋ ਰਿਹਾ, ਕਿਉਂਕਿ ਮੈਂ ਜ਼ਰੂਰ ਤੁਹਾਨੂੰ ਰਿਕੁਐਸਟ ਕਰੂੰਗੀ ਕਿ ਤੁਸੀਂ ਇਸ ਗੱਲਬਾਤ ਤੋਂ ਬਾਅਦ ਜ਼ਰੂਰ ਜਾ ਕੇ ਬੇਸ਼ਰਮ ਰੰਗ ਇੱਕ ਵਾਰ ਦੇਖੋ। ਤੇ ਅਸ਼ਲੀਲਤਾ ਦੀ ਵੀ, ਕਿਉਂਕਿ ਉਹਦੇ ਵਿੱਚ ਜੋ ਲੋਕ ਨੇ ਕਾਫੀ ਜ਼ਿਆਦਾ ਵਿਰੋਧ ਕਰ ਰਹੇ ਨੇ, ਕੱਪੜੇ ਐਂਡ ਡਾਂਸ ਮੂਵਸ ਐਂਡ ਸਟੈਪਸ, ਜਿਵੇਂ ਵੀ ਉਹ ਗਾਣਾ ਇੱਕ ਪਿਕਚਰਾਇਆ ਗਿਆ, ਫਿਲਮਾਇਆ ਗਿਆ, ਉਹਦਾ ਵੀ ਕਾਫੀ ਵਿਰੋਧ ਹੋ ਰਿਹਾ। ਤਾਂ ਮੈਂ ਜ਼ਰੂਰ ਚਾਹੂੰਗੀ ਤੁਸੀਂ ਗਾਣਾ ਜ਼ਰੂਰ ਦੇਖੋ। इसके बारे में ये बात करता हूँ कि क्या केवल एक ही गाना ऐसा है? आपने वो गाना देखा, गर्मी गर्मी हाय गर्मी? अब मेरी बच्ची है छोटी सी, 3-4 साल की है, अब मैं टीवी देख रहे होते हैं, वो गाना उसका फेवरेट है, वो कहती है ये गाना चलाओ, हम देखते हैं। तो मतलब क्या हम मैसेज दे रहे हैं बच्चों को, क्या हम फैमिली को दिखा रहे हो? तो ऐसा होना चाहिए कम से कम कि इस तरह का अगर कोई सॉन्ग या इस तरह की मूवी आती है तो वो केवल 18+ वाले ही उसको देख पाए, एडल्ट्स के लिए उसमें साफ साफ लिखा होना चाहिए। और जो फैमिली वाली जो चीज़ बनती है वो फैमिली देख पाए। तो ये तो पूरा उसमें हमारे समाज में ही ऐसा हो गया है ना सारा का सारा। अब इसके लिए एक मूवी को या एक गाने को टारगेट क्यों कर रहे हो? ਗੱਲ ਹੈਗੀ ਹੈ ਤਾਂ ਵੀ ਕਲਰ ਦੀ ਆਪਾਂ ਗੱਲ ਕਰਦੇ ਹਾਂ, ਠੀਕ ਹੈ।
ਕਲਰ ਭਾਵੇਂ ਉਹ ਭਗਵਾ ਹੋਵੇ ਭਾਵੇਂ ਗ੍ਰੀਨ ਹੋਵੇ। ਹੁਣ ਆਪਾਂ ਮੁਸਲਮਾਨਾਂ ਦੀ ਗੱਲ ਕਰ ਰਹੇ, ਤੁਸੀਂ ਵੀ ਸ਼ਾਹਰੁਖ ਖਾਨ ਮੁਸਲਮਾਨ ਹੈ, ਠੀਕ ਹੈ, ਵੀ ਉਹਨਾਂ ਨੇ ਵੀ ਸਪੈਸ਼ਲੀ ਹਿੰਦੂ ਧਰਮ ਦੀ ਉਹ ਬੇਇੱਜ਼ਤੀ ਕੀਤੀ ਹੈ। ਕਿਸੇ ਹੋ ਸਕਦਾ ਕੋਈ ਮੂਵੀ ਹੋਊਗੀ ਉਹਦੇ ਵਿੱਚ ਹੋ ਸਕਦਾ ਗ੍ਰੀਨ ਕਲਰ ਦੀ ਵੀ ਪਾਈ ਹੋਵੇ, ਕਿਸੇ ਨੇ ਵੀ ਗ੍ਰੀਨ ਕਲਰ ਦੀ ਬਿਕਨੀ ਪਾਈ ਹੋਵੇ, ਠੀਕ ਹੈ, ਮੇ ਬੀ, ਠੀਕ ਹੈ। ਬਟ ਰੰਗ ਨੂੰ ਤੁਸੀਂ ਕਿਸੇ ਮਰਜ਼ੀ ਉਹਦੇ ਨਾਲ ਕੋਆਰਡੀਨੇਟ ਕਰ ਸਕਦੇ ਹੋ, ਠੀਕ ਹੈ। ਕਿਸੇ ਦੀ ਭਾਵਨਾਵਾਂ ਹਰਟ ਹੋਈਆਂ ਹੋਣਗੀਆਂ, ਆਈ ਡੋਂਟ ਕਮੈਂਟ ਔਨ ਦੈਟ, ਬਟ ਕਲਰ ਆ, ਠੀਕ ਹੈ, ਕੋਈ ਮਰਜ਼ੀ ਕਲਰ ਦੀ ਕੁਛ ਮਰਜ਼ੀ ਪਾ ਸਕਦਾ। ਜੇ ਸਪੈਸੀਫਿਕਲੀ ਉਹਨੇ ਕਿਹਾ ਕਿ ਉਹਨੂੰ ਉਹ ਕਲਰ ਨਹੀਂ ਪਸੰਦ, ਜਾਂ ਉਹਨੇ ਸਪੈਸੀਫਿਕਲੀ ਕਿਸੇ ਚੀਜ਼ ਬਾਰੇ ਕਿਹਾ ਹੋਵੇ ਕਿ ਹਾਂ ਵੀ ਮੈਨੂੰ ਹਿੰਦੂ ਨਹੀਂ ਪਸੰਦ, ਠੀਕ ਆ, ਉਹਨੇ ਬਹੁਤ ਹਿੰਦੂ ਮੂਵੀਜ਼ ਵੀ ਕੀਤੀਆਂ। ਹੁਣ ਸਪੈਸੀਫਿਕਲੀ ਜੇ ਆਪਾਂ ਸਪੈਸ਼ਲੀ ਲੱਗ ਜੀਏ ਰੌਲਾ ਪਾਉਣ ਕਿ ਹਾਂ ਵੀ ਹਿੰਦੂ ਮੁਸਲਿਮ, ਉਹ ਪਹਿਲਾਂ ਹੀ ਬਹੁਤ ਜ਼ਿਆਦਾ ਚੈਨਲਸ ਕਰ ਰਹੇ ਆ, ਤਾਂ ਮੈਨੂੰ ਨਹੀਂ ਲੱਗਦਾ ਇਸ ਚੀਜ਼ ਦੇ ਵਿੱਚ ਕੋਈ ਪ੍ਰੋਬਲਮ ਹੋਣੀ ਚਾਹੀਦੀ ਆ। ਤੁਹਾਡਾ ਕੋਈ ਓਪੀਨੀਅਨ ਅਸੀਂ ਜ਼ਰੂਰ ਜਾਣਨਾ ਮੈਂ ਇਸ ਬਾਰੇ ਓਪੀਨੀਅਨ ਕੋਈ ਨਹੀਂ ਦਵਾਂਗਾ, ਪਰ ਆਪਣੇ ਝੰਡੇ ਕੇਸਰੀ ਰੰਗ ਸਭ ਤੋਂ ਉੱਪਰ ਹੈ। ਪਹਿਲਾਂ ਉਹ ਥੱਲੇ ਹੁੰਦਾ ਸੀਗਾ, ਉਹ ਕਿਸ ਨੂੰ ਇਹ ਗੱਲ ਦਾ ਵੀ ਪਤਾ ਹੋਵੇ, ਪਤਾ ਨਹੀਂ ਪਤਾ ਹੈਗਾ। ਜਦੋਂ ਆਪਣੀ ਲੜਾਈ ਹੁੰਦੀ ਸੀ ਅੰਗਰੇਜ਼ਾਂ ਨਾਲ, ਤੇ ਜਿਹੜੀ ਆਪਣੀ ਦਿੱਲੀ ਸਰਕਾਰ ਸੀਗੀ ਉਹ ਸਿੱਖਾਂ ਕੋਲ ਆਈ ਸੀਗੀ ਵੀ ਤੁਸੀਂ ਸਾਡੇ ਹੈਲਪ ਕਰੋ ਜੰਗ ਦੇ ਵਿੱਚ, ਤੇ ਸਿੱਖਾਂ ਨੇ ਕਿਹਾ ਸੀਗਾ ਵੀ ਕੇਸਰੀ ਰੰਗ ਥੱਲੇ ਆ, ਸਭ ਤੋਂ ਪਹਿਲਾਂ ਜਿਹੜਾ ਰੰਗ ਉੱਪਰ ਹੈ ਉਹ ਧਰਮ ਅੱਗੇ ਜਾਊਗਾ, ਉਹ ਤੋਂ ਬਾਅਦ ਵਿਚਾਲੇ ਵਾਲਾ, ਸਾਡਾ ਰੰਗ ਥੱਲੇ ਆ ਤਾਂ ਅਸੀਂ ਪਿੱਛੇ ਖੜ ਕੇ ਲੜਾਂਗੇ। ਪਰ ਉਸ ਟਾਈਮ ਸਰਕਾਰ ਨੇ ਝੰਡਾ ਹੀ ਬਦਲਤਾ ਸੀਗਾ ਵੀ ਸਿੱਖਾਂ ਜਿਹੜਾ ਜਿੰਨੀ ਪਾਵਰ ਸੀਗੀ ਨਾ ਉਹਨੂੰ ਅੱਗੇ ਲੈ ਕੇ ਆਉਣ ਲਈ ਸਭ ਤੋਂ ਰੰਗ ਉੱਪਰ ਲਿਆ ਸੀ ਵੀ ਹਾਂ ਸਿੱਖ ਸਭ ਤੋਂ ਅੱਗੇ ਹੋਣਗੇ ਤਾਂ ਅਸੀਂ ਜੰਗ ਜਿੱਤਾਂਗੇ। ਹੁਣ ਲੋਕਾਂ ਦੀ ਮੈਂਟੈਲਿਟੀ ਇਹ ਤੋਂ ਹਿਸਾਬ ਨਾਲ ਵੀ ਉਹ ਰੰਗ ਦਾ ਕੀ ਮਹੱਤਤਾ ਹੈ, ਵੀ ਉਹਨੂੰ ਕਿੱਦਾਂ ਯੂਜ਼ ਕਰਨਾ ਹੈ। ਸੋ ਤੁਸੀਂ ਬਹੁਤ ਹੀ ਮਿਕਸ ਜਿਹਾ ਓਪੀਨੀਅਨ ਦੇ ਗਏ ਹੋ, ਡਿਪਲੋਮੈਟਿਕ ਓਪੀਨੀਅਨ ਦੇ ਗਏ ਹੋ। ਐਕਚੁਅਲੀ ਸਵਾਲ ਇਹ ਹੈ ਕਿ ਤੁਹਾਡੇ ਅਕੋਰਡਿੰਗ, ਜਿਵੇਂ ਉਹਨਾਂ ਨੇ ਤਾਂ ਦੱਸਿਆ ਕਿ ਫਿਲਹਾਲ ਜੋ ਵੀ ਆਲਰੇਡੀ ਬਹੁਤ ਹਿੰਦੂ ਮੁਸਲਿਮ ਚੱਲ ਰਿਹਾ ਹੈ, ਲੜਾਈਆਂ ਚੱਲ ਰਹੀਆਂ ਨੇ, ਇਹਨੂੰ ਨਹੀਂ ਜੋੜਨਾ ਚਾਹੀਦਾ ਰੰਗ ਨੂੰ ਧਰਮ ਦੇ ਨਾਲ। ਤੁਸੀਂ ਬਹੁਤ ਹੀ ਡਿਪਲੋਮੈਟਿਕ ਆਨਸਰ ਦਿੱਤਾ, ਲੇਕਿਨ ਮੈਂ ਜ਼ਰੂਰ ਪੁੱਛਣਾ ਚਾਹੂੰਗੀ ਕਿ ਤੁਹਾਡੇ ਅਕੋਰਡਿੰਗ ਜੋ ਇਹ ਬੇਸ਼ਰਮ ਰੰਗ ਦੇ ਵਿੱਚ ਬਿਕਨੀ ਦਾ ਕਲਰ ਇਸ ਧਰਮ ਨਾਲ ਜੁੜ ਰਿਹਾ ਹਿੰਦੂ ਜਾਂ ਸਿੱਖ ਨਾਲ, ਤੇ ਜੋ ਲੋਕ ਕਹਿ ਰਹੇ ਨੇ ਕਿ ਅਪਮਾਨ ਹੋਇਆ ਇਹਨਾਂ ਦੋ ਧਰਮਾਂ ਦਾ, ਤੁਸੀਂ ਉਸ ਤੇ ਅਗਰੀ ਕਰਦੇ ਹੋ ਕਿ ਨਹੀਂ? ਮੈਂ ਉਹ ਨਾ ਤਾਂ ਟ੍ਰੇਲਰ ਦੇਖਿਆ ਨਾ ਮੈਨੂੰ ਬਾਰੇ ਉਹ ਸੀਨ ਦੇਖਿਆ, ਤਾਂ ਕਿ ਮੈਨੂੰ ਫਿਰ ਪਤਾ ਨਹੀਂ ਕੁਛ ਇੰਨਾ, ਪਰ ਇੰਨਾ ਕਹੂੰਗਾ ਵੀ ਹਾਂ ਅਗਰ ਤੁਸੀਂ ਕਿਸੇ ਧਰਮ ਦਾ ਉਹ ਰੰਗ ਨੂੰ ਲੈ ਕੇ ਉਹ ਧਰਮ ਦੀ ਇਨਸਲਟ ਕਰ ਰਹੇ ਤਾਂ ਉਹ ਗਲਤ ਗੱਲ ਹੈ, ਉਹ ਇਦਾਂ ਨਹੀਂ ਹੋਣਾ ਚਾਹੀਦਾ ਜੀ। ਅੱਛਾ, ਇੱਕ ਸ਼ਾਹਰੁਖ ਖਾਨ ਵੱਲੋਂ ਇੱਕ ਹੋਰ ਬਿਆਨ ਵੀ ਦਿੱਤਾ ਗਿਆ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਕਿ ਉਹਨਾਂ ਦੀ ਮੂਵੀਜ਼ ਜਿਹੜੀਆਂ ਨੇ ਪੋਜ਼ਿਟਿਵ ਇੰਪੈਕਟ ਪਾਉਂਦੀਆਂ ਨੇ, ਜੋ ਵੀ ਸਿਨੇਮਾ ਹੈ ਬਾਲੀਵੁੱਡ ਸਿਨੇਮਾ ਹੈ ਪੋਜ਼ਿਟਿਵ ਇੰਪੈਕਟ ਪਾਉਂਦਾ, ਲੇਕਿਨ ਮੀਡੀਆ ਜਾਂ ਸੋਸ਼ਲ ਮੀਡੀਆ ਨੈਗੇਟਿਵ ਇੰਪੈਕਟ ਪਾਉਂਦਾ ਹੈ, ਤੇ ਉਹ ਜਿਹੜੀਆਂ ਆਡੀਅנס ਹੈ ਹੋਰ ਭੜਕ ਜਾਂਦੀਆਂ ਨੇ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਮੂਵੀਜ਼ ਜੋ ਬਾਲੀਵੁੱਡ ਸਿਨੇਮਾ ਹੈ ਕਿ ਵਾਕਈ ਉਹ ਇੱਕ ਪੋਜ਼ਿਟਿਵ ਇੰਪੈਕਟ ਪਾ ਰਿਹਾ ਹੈ, ਚਾਹੇ ਉਹ ਧਰਮਾਂ ਦੀ ਗੱਲ ਹੋਵੇ ਜਾਂ ਕਿਸੇ ਵਰਗ ਦੀ ਗੱਲ ਹੋਵੇ, ਰੰਗ ਰੂਪ ਦੀ ਗੱਲ ਹੋਵੇ? ਦੇਖੋ, ਇਟਸ ਆਲ ਯੋਰ ਪੁਆਇੰਟ ਆਫ ਵਿਊ, ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ। ਮੈਂ ਕਿਸੇ ਚੀਜ਼ ਨੂੰ ਕੁਛ ਮਰਜ਼ੀ ਕਹਿ ਸਕਦਾ, ਠੀਕ ਹੈ, ਇਟਸ ਯੋਰ ਪੁਆਇੰਟ ਆਫ ਵਿਊ ਕਿ ਤੁਸੀਂ ਕਿਸੇ ਚੀਜ਼ ਨੂੰ ਕਿਵੇਂ ਦੇਖਦੇ ਹੋ। ਬਾਕੀ ਅੱਜ ਕੱਲ੍ਹ ਦਾ ਜਿਹੜਾ ਟਾਈਮ ਹੈ, ਪੀਪਲ ਆਰ ਨਾਟ ਯੂਜ਼ਿੰਗ देयर ਮਾਈਂਡ, ਕਿ ਇੰਸਟੈਡ ਆਫ ਯੂਜ਼ਿੰਗ देयर ਮਾਈਂਡ ਦੇ ਆਰ ਜਸਟ ਕਿ ਹਾਂ ਵੀ ਫਲਾਣੇ ਬੰਦੇ ਨੇ ਕਹਿਤਾ ਕਿ ਇਹ ਚੀਜ਼ ਗਲਤ ਆ। ਆਪਣਾ ਮਾਈਂਡ ਯੂਜ਼ ਕਰੋ, ਠੀਕ ਹੈ। ਸਭ ਤੋਂ ਪਹਿਲਾਂ ਇਨਸਾਨੀਅਤ ਬੰਦਾ ਲੈ ਕੇ ਆਉਂਦਾ ਕਿ ਹਾਂ ਵੀ ਮੇਰੇ ਪਤਾ ਨਹੀਂ ਕਿੰਨੇ ਫਰੈਂਡਸ ਹੋਣਗੇ ਜਿਹੜੇ ਹਿੰਦੂ ਹੋਣਗੇ ਜਾਂ ਕਿੰਨੇ ਫਰੈਂਡਸ ਹੋਣਗੇ ਮੇਰੇ ਮੁਸਲਿਮ ਹੈਗੇ ਆ, ਠੀਕ ਹੈ। ਤਾਂ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਆਪਾਂ ਕੁਝ ਵੀ ਉਹ ਕਰਦੇ ਕਿ ਹਾਂ ਵੀ ਠੀਕ ਹੈ ਕਿਸੇ ਨੇ ਮੂਵੀ ਬਣਾਈ ਆ, ਜੇ ਤੁਹਾਨੂੰ ਲੱਗਦਾ ਤਾਂ ਖੁਦ ਉਹ ਉੱਠ ਕੇ ਉਹ ਕਰਨਾ ਚਾਹੀਦਾ। ਜੇ ਮੈਨੂੰ ਕਿਸੇ ਚੀਜ਼ ਦਾ ਲੱਗੂਗਾ, ਹਾਂ ਜਿਵੇਂ ਕੋਈ ਮੂਵੀ ਆਈਆਂ, ਠੀਕ ਹੈ, ਜਿਵੇਂ ਹੁਣ ਕਾਰਟੂਨਸ ਮੂਵੀ ਬਣਾ ਦਿੰਦੇ ਆ, 4 ਸਾਹਿਬਜ਼ਾਦਿਆਂ ਦੇ ਕਾਰਟੂਨ ਮੂਵੀਜ਼ ਬਣਾਈਆਂ ਸੀਗੀਆਂ, ਕਈਆਂ ਨੂੰ ਉਹ ਚੀਜ਼ਾਂ ਚੰਗੀਆਂ ਲੱਗੀਆਂ ਕਿ ਹਾਂ ਵੀ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ, ਰਾਦਰ ਦੈਨ ਕਿ ਹਾਂ ਵੀ ਕਿਸੇ ਬੰਦੇ ਨੇ ਉਹ ਰੋਲ ਨਿਭਾਇਆ ਹੋਵੇ, ਉਹਦੇ ਨਾਲ ਕਿਸੇ ਨੇ ਕਾਰਟੂਨ ਹਾਂਜੀ ਐਨੀਮੇਟਡ ਬਣਾਤੀ, ਠੀਕ ਹੈ। ਬਟ ਕਈ ਲੋਕਾਂ ਨੂੰ ਉਹ ਵੀ ਚੀਜ਼ ਮਾੜੀ ਲੱਗਦੀ ਹੈ ਕਿ ਹਾਂ ਵੀ ਇਟਸ ਯੋਰ ਪੁਆਇੰਟ ਆਫ ਵਿਊ। ਮੇਰੇ ਹਿਸਾਬ ਨਾਲ ਉਹ ਚੀਜ਼ ਠੀਕ ਹੈ ਕਿ ਹਾਂ ਵੀ ਭਾਵੇਂ ਐਨੀਮੇਟਡ ਹੋਵੇ ਬਟ ਬੱਚਿਆਂ ਨੂੰ ਜਾਂ ਯੂਥ ਨੂੰ ਉਹ ਸ਼ਹਾਦਤ ਦੇ ਦਿਨ ਜਾਂ ਸਾਰਾ ਕੁਝ ਪਤਾ ਲੱਗਣਾ ਚਾਹੀਦਾ। ਪਰ ਹੁਣ ਜਿਵੇਂ ਅੱਜ ਦੇ ਹਾਲਾਤ ਚੱਲ ਰਹੇ ਆ, ਲੋਕ ਉਸ ਚੀਜ਼ ਪਿੱਛੇ ਵੀ ਰੌਲਾ ਪਾਈ ਜਾ ਰਹੇ ਆ, ਤਾਂ ਹਰ ਚੀਜ਼ ਪਿੱਛੇ ਆਪਦੀ ਮਾਈਂਡ ਯੂਜ਼ ਕਰਨਾ ਚਾਹੀਦਾ, ਠੀਕ ਹੈ। ਮੇਰੇ ਹਿਸਾਬ ਨਾਲ ਜਿਹੜੀ ਚੀਜ਼ ਮੈਨੂੰ ਗਲਤ ਲੱਗੂਗੀ ਮੈਂ ਕਿਸੇ ਦੇ ਉੱਤੇ ਨਹੀਂ ਥੋਪੂੰਗਾ। ਲੋਕ ਅੱਜ ਕੱਲ੍ਹ ਇਹ ਚੀਜ਼ ਨਹੀਂ ਸੋਚ ਰਹੇ, ਸੋਸ਼ਲ ਮੀਡੀਆ ਸਪੈਸ਼ਲੀ ਇਸ ਚੀਜ਼ ਨੂੰ ਜ਼ਿਆਦਾ ਇਨਹੈਂਸ ਕਰਕੇ ਪ੍ਰੋਜੈਕਟ ਕਰਦਾ ਕਿ ਹਾਂ ਵੀ ਕਿਹੜੀ ਚੀਜ਼ ਇਹ ਗਲਤ ਹੋ ਰਹੀ ਹੈ ਜਾਂ ਕਿਸੇ ਮੂਵੀ ਸਟਾਰ ਨੇ ਕੁਝ ਗਲਤ ਕੀਤਾ। ਉਹਨਾਂ ਨੇ ਜੇ ਕੋਈ ਮੂਵੀ ਬਣਾਈ ਆ, ਹੋ ਸਕਦਾ ਕੋਈ ਸੋਚ ਕੇ ਹੀ ਬਣਾਈ ਹੋਊਗੀ, ਕੋਈ ਸਪੈਸ਼ਲੀ ਮਿੱਥ ਕੇ ਨਹੀਂ ਬੈਠਾ ਹੁੰਦਾ ਕਿ ਹਾਂ ਵੀ ਮੈਂ ਅੱਜ ਹਿੰਦੂਆਂ ਨੂੰ ਧੱਕਾ ਕਰੂੰਗਾ ਜਾਂ ਅੱਜ ਮੈਂ ਮੁਸਲਮਾਨਾਂ ਨਾਲ ਧੱਕਾ ਕਰੂੰਗਾ ਜਾਂ ਅੱਜ ਮੈਂ ਸਿੱਖਾਂ ਨਾਲ ਧੱਕਾ ਕਰੂੰਗਾ। ਤਾਂ ਜੇ ਕੋਈ ਕਰਦਾ ਤਾਂ ਉਹ ਮਾੜੀ ਗੱਲ ਆ। ਬਾਕੀ
ਅੱਛਾ, ਇੱਕ ਤੁਹਾਡੀ ਗੱਲ ਤੋਂ ਮੇਰੇ ਕੋਲ ਫਿਲਹਾਲ 2 ਸਵਾਲ ਅਖੀਰਲੇ ਤੁਹਾਡੇ ਲਈ ਹੋਣਗੇ ਕਿ ਪਹਿਲਾਂ ਤਾਂ ਮੈਂ ਇੱਕ ਹੋਰ ਤੁਹਾਨੂੰ ਦੱਸਣਾ ਚਾਹੂੰਗੀ ਕਿ ਨਾ ਸਿਰਫ ਹਿੰਦੂ ਜਾਂ ਸਿੱਖ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ, ਬਲਕਿ ਕੁਝ ਮੁਸਲਮਾਨ ਲੋਕ ਵੀ ਅੱਗੇ ਆਏ ਨੇ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਪਠਾਨ ਕਿਤੇ ਨਾ ਕਿਤੇ ਜੋ ਮੁਸਲਮਾਨਾਂ ਨੂੰ ਰਿਪਰੈਜ਼ੈਂਟ ਕਰਦੇ ਨੇ, ਪਠਾਨ ਕਦੀ ਵੀ ਇਸ ਤਰੀਕੇ ਦਾ ਅਸ਼ਲੀਲ ਡਾਂਸ ਜਾਂ ਇਦਾਂ ਦਾ ਨਹੀਂ ਕਰਨਗੇ। ਤੇ ਇਹ ਜੋ ਟਾਈਟਲ ਹੈ ਮੂਵੀ ਦਾ ਪਠਾਨ, ਤੇ ਉਹ ਇੱਕ ਪਠਾਨ ਦਿਖਾਇਆ ਗਿਆ ਸ਼ਾਹਰੁਖ ਖਾਨ ਨੂੰ ਉਹਦੇ ਵਿੱਚ, ਤੇ ਉਹ ਇੱਕ ਅਸ਼ਲੀਲ ਡਾਂਸ ਵੀ ਕਰ ਰਹੇ ਨੇ, ਆਪਣੇ ਐਬਸ ਵੀ ਫਲੌਂਟ ਕਰ ਰਹੇ ਨੇ, ਸ਼ਰਟਲੈਸ ਵੀ ਸੀਨਸ ਦਿਖਾ ਰਹੇ ਨੇ। ਇੱਕ ਪਠਾਨ ਜਿਹੜਾ ਹੋਏਗਾ ਉਹ ਕਦੀ ਵੀ ਇਦਾਂ ਨਹੀਂ ਕਰੇਗਾ। ਤਾਂ ਕੁਝ ਮੁਸਲਮਾਨ ਵੀ ਪਾਰਟਿਕੂਲਰਲੀ ਇਸ ਫਿਲਮ ਦਾ ਜਿਹੜਾ ਵਿਰੋਧ ਕਰ ਰਹੇ ਨੇ ਤੇ ਉਹ ਵੀ ਬਾਈਕਾਟ ਦੀ ਮੰਗ ਕਰ ਰਹੇ ਨੇ। ਉਹ ਕਰ ਰਹੇ ਹੋਣਗੇ, ਆਈ ਐਗਰੀ, ਠੀਕ ਹੈ। ਬਟ ਗੱਲ ਕੀ ਆ, ਹੁਣ ਜਦੋਂ ਸਟਾਰਟਿੰਗ ਦੇ ਵਿੱਚ ਜਿਹੜਾ ਟ੍ਰੈਂਡ ਆਇਆ ਸਾਰਾ ਵੀ ਸ਼ਰਟਲੈਸ ਵਾਲਾ, ਮੂਵੀਜ਼ ਦੇ ਵਿੱਚ ਸ਼ਰਟਲੈਸ ਦਾ ਟ੍ਰੈਂਡ ਆਇਆ, ਠੀਕ ਹੈ, ਜਾਂ ਤਾਂ ਸਟਾਰਟਿੰਗ ਦੇ ਵਿੱਚ ਹੀ ਉਦੋਂ ਇਹ ਕਰਦੇ ਨਾ। ਹਾਂ, ਹੁਣ ਅੱਜ ਤੁਸੀਂ ਆ ਕੇ ਕਹਿ ਰਹੇ ਹੋ, ਇੱਕ ਪਾਸੇ ਤਾਂ ਆਪਾਂ ਕਹਿ ਦਿੰਦੇ ਹਾਂ ਕਿ ਹਾਂ ਵੀ ਵੈਸਟਰਨ ਆਪਾਂ ਕਲਚਰ ਅਡਾਪਟ ਨਹੀਂ ਕਰਨਾ, ਇਹ ਨਹੀਂ ਕਰਨਾ, ਉਹ ਨਹੀਂ ਕਰਨਾ, ਤਾਂ ਆਲਮੋਸਟ ਆਲ ਆਫ ਅਸ ਆਰ ਵੇਅਰਿੰਗ ਵੈਸਟਰਨ ਕਲੋਥ, ਠੀਕ ਹੈ। ਹਜੇ ਤੱਕ ਅਸੀਂ ਸਿਰਫ ਪੱਗਾਂ ਕਹਿ ਸਕਦੇ ਹਾਂ, ਬਾਕੀ ਸਾਰੇ ਵੈਸਟਰਨ ਕਲੋਥ ਆ, ਆਪਣਾ ਕੁਝ ਨਹੀਂ ਹੈਗਾ, ਠੀਕ ਹੈ। ਤਾਂ ਹਰੇਕ ਚੀਜ਼ ਦਾ ਵਿਰੋਧ ਕਰੋ ਰੈਦਰ ਦੈਨ, ਜਾਂ ਤਾਂ ਜਦੋਂ ਸਟਾਰਟਿੰਗ ਦੇ ਵਿੱਚ ਮੂਵੀਜ਼ ਆਈਆਂ ਸੀਗੀਆਂ, ਜਦ ਸਲਮਾਨ ਖਾਨ ਨੇ ਜਾਂ ਸੰਜੇ ਦੱਤ ਨੇ ਮੂਵੀਜ਼ ਸ਼ਰਟਲੈਸ ਆਉਣਾ ਸ਼ੁਰੂ ਕੀਤਾ, ਤਾਂ ਉਦੋਂ ਪਹਿਲਾਂ ਰੌਲਾ ਪਾਉਣਾ ਚਾਹੀਦਾ। ਮਸਲਾ ਤਾਂ ਇਹੀ ਹੈ ਨਾ ਕਿ ਇੱਥੇ ਸ਼ਰਟਲੈਸ ਮੁੱਦਾ ਨਹੀਂ ਹੈ, ਟਾਈਟਲ ਮੁੱਦਾ ਹੈ ਪਠਾਨ, ਕਿ ਇੱਕ ਪਠਾਨ ਕਦੀ ਵੀ ਇਸ ਤਰੀਕੇ ਨਾਲ ਅਸ਼ਲੀਲ ਡਾਂਸ ਜਾਂ ਡਾਂਸ ਸਟੈਪਸ ਜਾਂ ਵਾਟ ਏਵਰ ਆਈਟਮ ਨੰਬਰਸ ਆ ਸਭ ਕੁਝ ਨਹੀਂ ਕਰੇਗਾ। ਉਹੀ ਗੱਲ ਹੈ, ਮੁੱਦਾ ਕਿਸੇ ਮਰਜ਼ੀ ਚੀਜ਼ ਦਾ ਬਣਾ ਲਓ, ਮੁੱਦਾ ਕਿਸੇ ਮਰਜ਼ੀ ਚੀਜ਼ ਦਾ ਖੜਾ ਕਰ ਲਓ, ਤੁਸੀਂ ਜਿੰਨਾ ਮਰਜ਼ੀ ਖੜਾ ਕਰ ਸਕਦੇ ਹੋ, ਠੀਕ ਹੈ। ਉਹਨਾਂ ਨੇ ਨਾਮ ਰੱਖਿਆ, ਪਠਾਨ ਰੱਖਿਆ ਨਾਮ, ਠੀਕ ਹੈ। ਜਦੋਂ ਉਹੀ ਬੰਦੇ, ਉਹਨਾਂ ਬੰਦੇ ਨੇ ਉਦੋਂ ਰੌਲਾ ਪਾਇਆ ਸੀਗਾ ਜਦੋਂ ਮਾਈ ਨੇਮ ਇਜ਼ ਖਾਨ ਮੂਵੀ ਆਈ ਸੀਗੀ, ਜਦੋਂ ਉਹਨਾਂ ਨੇ ਇਹੀ ਚੀਜ਼ ਕਹੀ ਸੀ ਕਿ ਹਾਂ ਮੈਂ ਟੈਰਰਿਸਟ ਨਹੀਂ ਹੈਗਾ, ਉਦੋਂ ਉਹਨਾਂ ਨੇ ਲੋਕਾਂ ਨੇ ਕੋਈ ਰੌਲਾ ਨਹੀਂ ਪਾਇਆ ਜਾਂ ਕੁਝ ਨਹੀਂ ਬੋਲਿਆ। ਸਪੈਸ਼ਲੀ ਖਾਨ ਦਾ ਨਾਮ ਕਿਉਂ ਲਿਆ ਵੀ ਹਾਂ ਵੀ ਇੱਦਾਂ ਦਾ ਖਾਨ ਵੀ ਰੌਲਾ ਪਾ ਸਕਦੇ ਸੀਗੇ। ਬਾਕੀ ਇਟਸ देयर ਪੁਆਇੰਟ ਆਫ ਵਿਊ। ਇਹਨਾਂ ਜੇ ਮੈਂ ਕਹਾਂ ਮੈਨੂੰ ਇਸ ਚੀਜ਼ ਬਾਰੇ ਵੀ ਨੌਲੇਜ ਨਹੀਂ ਹੈਗੀ ਵੀ ਹਾਂ ਅਗਲੇ ਕਿਉਂ ਰੌਲਾ ਪਾ ਰਹੇ ਆ, ਉਹਨਾਂ ਦੇ ਹੋ ਸਕਦਾ ਉਹਨਾਂ ਨੂੰ ਚੀਜ਼ ਗਲਤ ਲੱਗਦੀ ਹੋਵੇ, ਮੈਨੂੰ ਨਹੀਂ ਲੱਗਦੀ ਹੋਣੀ। ਅੱਛਾ, ਇੱਕ ਆਖਰੀ ਸਵਾਲ ਹੋਏਗਾ, ਲੇਕਿਨ ਉਸ ਤੋਂ ਪਹਿਲੇ ਮੈਂ ਤੁਹਾਡੇ ਤੋਂ ਵੀ ਇਸੀ ਸੇਮ ਟੌਪਿਕ ਤੇ ਪਠਾਨ ਐਂਡ ਜੋ ਵੀ ਸਰ ਨਾਲ ਮੇਰੀ ਗੱਲਬਾਤ ਹੋਈ ਉੱਤੇ ਵੀ ਤੁਹਾਡਾ ਵੀ ਓਪੀਨੀਅਨ ਜਾਨਣਾ ਚਾਹੂੰਗੀ। ਮੈਂ ਤਾਂ ਆਪਾਂ ਪੂਰੀ ਮੂਵੀ ਦੇਖ ਕੇ ਕਹਿ ਸਕਦੇ ਹਾਂ ਹੁਣ, ਜਾਂ ਤਾਂ ਫਿਰ ਇਦਾਂ ਹੋ ਸਕਦਾ ਵੀ ਹਾਂ ਆਪਾਂ ਜਿਹੜੀ ਕਲਚਰ ਤੇ ਜਿਹੜੀ ਮਤਲਬ ਆਪਣੇ ਧਰਮ ਦੀ ਮੂਵੀ ਬਣਾ ਰਹੇ, ਉਹਨਾਂ ਤੋਂ ਪਹਿਲਾਂ ਮੂਵੀ ਬਣਾਉਣ ਤੋਂ ਪੁੱਛ ਲਓ ਪਹਿਲਾਂ ਵੀ ਹਾਂ ਵੀ ਇਹ ਅਸੀਂ ਬਣਾ ਰਹੇ ਹਾਂ ਸਹੀ ਹੈ ਜਾਂ ਗਲਤ ਆ। ਬਣਾਉਣ ਤੋਂ ਬਾਅਦ ਹੁਣ ਤਾਂ ਦੇਖ ਕੇ ਕਹਿ ਸਕਦੇ ਵੀ ਹਾਂ ਵੀ ਮੂਵੀ 'ਚ ਇਹ ਚੀਜ਼ ਸਹੀ ਸੀ, ਇਹ ਚੀਜ਼ ਗਲਤ ਸੀਗੀ, ਪਰ ਉਹ ਐਪ ਸ਼ੋਅ ਕਰਨੇ ਉੱਦਾਂ ਕਰਨਾ ਉਹ ਚੀਜ਼ ਮੈਨੂੰ ਨਹੀਂ ਲੱਗ ਰਹੀ ਵੀ ਕੁਛ ਬਹੁਤ ਜ਼ਿਆਦਾ ਗਲਤ ਹੈ ਉਸ ਚੀਜ਼ ਦੇ ਵਿੱਚ। ਆਖਰੀ ਸਵਾਲ ਹੈ, ਤੁਸੀਂ ਖੁਦ ਹੀ ਥੋੜ੍ਹੀ ਦੇਰ ਪਹਿਲੇ ਦੱਸਿਆ ਕਿ ਜਦੋਂ 4 ਸਾਹਿਬਜ਼ਾਦਿਆਂ ਦੇ ਉੱਤੇ ਫਿਲਮ ਆਈ ਸੀ ਐਨੀਮੇਟਡ, ਤਾਂ ਉਹ ਕੁਝ ਲੋਕਾਂ ਨੂੰ ਗਲਤ ਲੱਗੀ ਸੀ, ਕੁਝ ਨੂੰ ਸਹੀ ਲੱਗੀ ਸੀ। ਸਿਮਿਲਰਲੀ ਮੇਰਾ ਉਸ 'ਤੇ ਮਿਲਦਾ ਜੁਲਦਾ ਸਵਾਲ ਹੈ ਕਿ ਜਿਵੇਂ ਕਿ ਤੁਸੀਂ ਖੁਦ ਹੀ ਦੱਸਿਆ ਕਿ ਤੁਸੀਂ ਇੱਕ ਪਰਸਨ ਨੂੰ ਨਹੀਂ ਚਾਹੁੰਦੇ ਸੀਗੇ, ਜਾਂ ਇੱਕ ਪਰਸਨ ਨਾਲੋਂ ਵਧੀਆ ਸੀ ਕਿ ਕਿਸੇ ਕਾਰਟੂਨ ਕੈਰੈਕਟਰ ਥਰੂ ਉਹ ਚੀਜ਼ ਦਿਖਾ ਦਿੱਤੀ ਗਈ, ਫਿਲਮਾ ਦਿੱਤੀ ਗਈ, ਕਿਉਂਕਿ ਕਿਤੇ ਨਾ ਕਿਤੇ ਆਪਾਂ ਆਪਣੇ ਆਈਡਲਸ ਨੂੰ ਜਾਂ ਜਿਨ੍ਹਾਂ ਨੂੰ ਵੀ ਅਸੀਂ ਪੂਜਦੇ ਹਾਂ ਉਹਨਾਂ ਨੂੰ ਤੁਸੀਂ ਐਜ਼ ਪਰਸਨ ਨਹੀਂ ਉੱਥੇ ਦੇਖਣਾ ਚਾਹੁੰਦੇ, ਰਾਈਟ। ਸੋ ਸਿਮਿਲਰਲੀ ਪੀਕੇ ਫਿਲਮ ਦੇ ਵਿੱਚ ਸ਼ਿਵ ਸ਼ੰਕਰ ਜੀ ਜੋ ਕਿ ਹਿੰਦੂ ਧਰਮ ਦੇ ਈਸ਼ਟ ਨੇ, ਆਈਡਲ ਨੇ, ਔਰ ਬਹੁਤ ਸਾਰੇ ਹੋਰ ਵੀ ਧਰਮਾਂ ਦੇ ਲੋਕ ਉਹਨਾਂ ਨੂੰ ਆਪਣਾ ਈਸ਼ਟ ਮੰਨਦੇ ਨੇ, ਪੂਜਦੇ ਨੇ, ਤੇ ਉਹਨਾਂ ਨੂੰ ਇੱਕ ਇਸ ਤਰੀਕੇ ਨਾਲ ਭੱਜਦੇ, ਉਹਨਾਂ ਦਾ ਮਜ਼ਾਕ ਉਡਾਉਂਦੇ। ਇਫ ਯੂ ਹੈਵ ਵਾਚਡ ਪੀਕੇ ਮੂਵੀ, ਤਾਂ ਉਹਨਾਂ ਨੂੰ ਕੁਰਸੀਆਂ ਦੇ ਥੱਲੇ ਲੰਘਦੇ, ਉਹਨਾਂ ਨੂੰ ਵੀ ਤਾਂ ਇੱਕ ਪਰਸਨ ਨੇ ਕਾਮੇਡੀ ਕੈਰੈਕਟਰ ਦੇ ਥਰੂ ਦਿਖਾਤਾ ਨਾ। ਸੋ ਜੋ ਯੂਥ ਹੋਏਗਾ ਜਾਂ ਜੋ ਸਾਡੇ ਹਿੰਦੂਆਂ ਦੇ ਬੱਚੇ ਆ, ਉਹ ਵੀ ਤਾਂ ਕਿਤੇ ਨਾ ਕਿਤੇ ਸ਼ਿਵ ਸ਼ੰਕਰ ਨੂੰ ਇੱਕ ਫਨੀ ਕੈਰੈਕਟਰ ਦੇ ਤੌਰ 'ਤੇ ਲੈ ਗਏ ਹੋਣਗੇ। ਤੇ ਜਦੋਂ ਇਸ ਧਰਮ ਦਾ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਕਿ ਪੀਕੇ ਦੇ ਵਿੱਚ ਆਹ ਚੀਜ਼ ਨਹੀਂ ਦਿਖਾਣੀ ਚਾਹੀਦੀ ਸੀ, ਸੋ ਉਸ 'ਤੇ ਕੀ ਕਹੋਗੇ? ਦੇਖੋ, ਇਹ ਚੀਜ਼ ਇਨੀਸ਼ੀਅਲੀ ਜਦੋਂ ਸਟਾਰਟ ਹੋਈਆਂ ਸੀਗੀਆਂ, ਫਿਰ ਮੈਂ ਉਸੇ ਗੱਲ ਤੇ ਆਉਂਗਾ, ਜਦੋਂ ਸਟਾਰਟ ਹੋਈਆਂ ਸੀਗੀਆਂ ਇਹ ਚੀਜ਼ਾਂ ਉਦੋਂ ਵੀ ਰੋਕਣੀਆਂ ਚਾਹੀਦੀਆਂ ਸੀਗੀਆਂ। ਹੁਣ ਆਪਾਂ ਰਮਾਇਣ ਕਰਦੇ ਆ ਸਾਰੇ, ਜਦੋਂ ਰਾਮਲੀਲਾ ਵਗੈਰਾ ਸਾਰੀ ਹੁੰਦੀ ਆ, ਠੀਕ ਹੈ। ਅੱਜ ਕੱਲ੍ਹ ਮੇਬੀ ਇਫ ਯੂ ਯੂਜ਼ ਸੋਸ਼ਲ ਮੀਡੀਆ, ਤੁਸੀਂ ਦੇਖਦੇ ਹੋਵੋਗੇ ਵੀ ਹਾਂ ਵੀ ਰਾਮ ਜੀ ਦਾ ਜਾਂ ਰਾਵਣ ਦਾ, ਠੀਕ ਹੈ, ਕੀ ਮਜ਼ਾਕ ਉਡਾਇਆ ਜਾਂਦਾ, ਰਾਮ ਬੋਤਲਾਂ ਲੈ ਕੇ ਆ ਰਹੇ ਆ ਜਾਂ ਕੁਝ ਮੀਮ ਜੋਕਸ ਵੀ। ਵੈਸੇ ਵੀ ਜਦੋਂ ਰਾਮਲੀਲਾ ਹੁੰਦੀ ਆ, ਠੀਕ ਹੈ, ਕੀ ਹਾਲ ਹੋ ਰਿਹਾ ਹੁੰਦਾ, ਠੀਕ ਹੈ। ਉਸ ਚੀਜ਼ ਤੇ ਵੀ ਲੋਕਾਂ ਦੀਆਂ ਭਾਵਨਾਵਾਂ ਹਰਟ ਹੋਣੀਆਂ ਚਾਹੀਦੀਆਂ, ਕਿ ਹਰਟ ਹੋ ਸਕਦੀਆਂ, ਠੀਕ ਹੈ। ਤਾਂ ਉਹ ਚੀਜ਼ ਨਹੀਂ ਕਰਨੀ ਚਾਹੀਦੀ, ਠੀਕ ਹੈ। ਮੈਂ ਉਸ ਚੀਜ਼ ਦੇ ਆਈ ਵਿਲ ਸੇ ਕਿ ਹਾਂ ਵੀ ਮੈਂ ਖਿਲਾਫ ਹੋਊਂਗਾ ਉਸ ਚੀਜ਼ ਦੇ, ਕਿ ਹਾਂ ਵੀ ਜਦੋਂ ਤੁਸੀਂ ਕਿਸੇ ਚੀਜ਼ ਨੂੰ ਮੰਨ ਰਹੇ ਹੋ, ਸ਼ਿਵ ਜੀ ਨੂੰ ਮੰਨ ਰਹੇ ਹੋ ਜਾਂ ਰਾਮ ਜੀ ਨੂੰ ਮੰਨ ਰਹੇ ਹੋ, ਤਾਂ ਉਹ ਚੀਜ਼ਾਂ ਕੋਈ ਵੀ ਬੰਦਾ, ਠੀਕ ਹੈ, ਵੀ ਉਹ ਦੇਵਤੇ ਲਾ ਲਓ ਯਾਰ, ਭਾਵੇਂ ਈਸ਼ਵਰ ਲਾ ਲਓ ਜਾਂ ਮਿਥਿਹਾਸ ਹੀ ਲਾ ਲਓ ਭਾਵੇਂ, ਠੀਕ ਹੈ। ਜੇ ਤੁਸੀਂ ਮੰਨ ਹੀ ਰਹੇ ਹੋ, ਠੀਕ ਹੈ, ਉਸ ਚੀਜ਼ ਨੂੰ, ਤਾਂ ਉਸ ਚੀਜ਼ ਦਾ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਵੀ ਉਸ ਚੀਜ਼ ਦਾ ਰੋਲ ਨਿਭਾ ਸਕਦਾ, ਉਹ ਨਹੀਂ ਨਿਭਾਉਣਾ ਚਾਹੀਦਾ।
ਜੀ ਤੇ ਜਾਂਦੇ ਜਾਂਦੇ ਮੈਂ ਫਿਰ ਤੁਹਾਡੇ ਤੋਂ ਵੀ ਪੁੱਛਣਾ ਚਾਹੂੰਗੀ ਕਿ ਉਹਨਾਂ ਨੇ ਜਿਵੇਂ ਕਿਹਾ ਕਿ ਇਨੀਸ਼ੀਅਲੀ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਨੇ ਤੇ ਉਹਨਾਂ ਨੇ ਨਾਲ ਦੀ ਨਾਲ ਮਿਥਿਹਾਸ ਵਰਡ ਵੀ ਯੂਜ਼ ਕਰਤਾ ਜੋ ਕਿ ਫਿਰ ਇੱਕ ਕੰਟਰੋਵਰਸ਼ੀਅਲ ਵਰਡ ਹੈ ਇਸ ਚੀਜ਼ ਦਾ ਆਪਾਂ ਹਮੇਸ਼ਾ ਕਰਦੇ ਹਾਂ ਵੀ ਪਾਰਟਿਕੂਲਰਲੀ ਕੋਈ ਬੰਦਾ ਇਹ ਨਹੀਂ ਕਹਿੰਦਾ ਵੀ ਹਾਂ ਇਹ ਚੀਜ਼ ਹੈਗੀਆਂ ਹੀ ਸੀ, ਠੀਕ ਹੈ। ਹਰ ਨੇ ਇਹ ਚੀਜ਼ ਸੁਣੀ ਹੋਈ ਹੈ, ਮੈਂ ਵੀ ਇਹ ਚੀਜ਼ ਸੁਣੀ ਹੋਈ ਹੈ ਕਿ ਹਾਂ ਵੀ ਇਹ ਕੋਈ ਕਹਿੰਦਾ ਇਹ ਮਿਥਿਹਾਸ ਹੈ, ਠੀਕ ਹੈ। ਹੁਣ ਜਿਵੇਂ ਅਸੀਂ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦੇ ਹਾਂ, ਠੀਕ ਹੈ, ਤਾਂ ਗੁਰੂ ਨਾਨਕ ਦੇਵ ਜੀ ਹੈਗੇ ਸੀਗੇ 500 ਸਾਲ ਪਹਿਲਾਂ ਹੈਗੇ ਸੀ। ਵੀ ਡੂ ਹੈਵ ਅ ਪ੍ਰੂਫ, ਠੀਕ ਹੈ, ਸਾਰਿਆਂ ਕੋਲੇ ਪ੍ਰੂਫ ਹੈਗੇ ਉਸ ਚੀਜ਼ ਦੇ, ਠੀਕ ਹੈ। ਜੇ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ ਤਾਂ ਉਸ ਚੀਜ਼ ਦੇ ਵੀ ਪ੍ਰੂਫ ਹੈਗੇ ਸਾਡੇ ਕੋਲ ਪਏ ਆ, ਠੀਕ ਹੈ। ਤਾਂ ਮੈਨੂੰ ਨਹੀਂ ਲੱਗਦਾ ਵੀ ਉਸ ਚੀਜ਼ ਪਿੱਛੇ ਆਪਾਂ ਮੁੱਦਾ ਬਣਾਈਏ, ਰੈਦਰ ਦੈਨ ਆਪਾਂ ਮੁੱਦੇ ਕ੍ਰੀਏਟ ਕਰਨ ਨਾਲੋਂ ਮੁੱਦੇ ਡਾਊਨ ਕਰ ਸਕਦੇ ਹਾਂ ਕਿ ਹਾਂ ਵੀ ਠੀਕ ਹੈ। ਕਿਸੇ ਬੰਦੇ ਨੂੰ ਹੁਣ ਜਦੋਂ ਉਹਨਾਂ ਨੂੰ ਜਦੋਂ ਰਾਮਲੀਲਾ ਕਰਦੇ ਆ ਤਾਂ ਰਾਮਲੀਲਾ ਤੋਂ ਕੋਈ ਪ੍ਰੋਬਲਮ ਨਹੀਂ ਹੁੰਦੀ। ਰਾਮਲੀਲਾ ਦੇ ਵਿੱਚ ਰਾਵਣ ਦਾਰੂਆਂ ਲੈ ਕੇ ਘੁੰਮ ਰਿਹਾ ਹੁੰਦਾ, ਠੀਕ ਹੈ। ਸੀਤਾ ਜੀ ਨੂੰ ਮੋਢੇ ਤੇ ਚੱਕ ਕੇ ਲੈ ਕੇ ਜਾ ਰਿਹਾ ਹੁੰਦਾ, ਠੀਕ ਹੈ। ਤੁਸੀਂ ਸੀਤਾ ਮਾਤਾ ਬਣਾਈ ਹੈ ਤਾਂ ਵੀ ਬੰਦੇ ਹੀ ਸੀਤਾ ਮਾਤਾ ਬਣ ਕੇ ਫਿਰ ਰਹੇ ਹੁੰਦੇ ਆ, ਤਾਂ ਉਹ ਵੀ ਇਹੀ ਤਾਂ ਸਾਡਾ ਸਵਾਲ ਔਰ ਇਹੀ ਤਾਂ ਪੁਆਇੰਟ ਆ ਕਿ ਜਦੋਂ ਹਿੰਦੂ ਜੋ ਕਿ ਹੈ ਜੋ ਸਨਾਤਨ ਧਰਮ ਨੂੰ ਮੰਨਦੇ ਨੇ ਮੋਸਟਲੀ ਅੱਜ ਤੱਕ ਸ਼ਾਂਤ ਹੀ ਰਹੇ ਨੇ, ਲੇਕਿਨ ਜਦੋਂ ਫਾਈਨਲੀ ਹੁਣ ਜਾ ਕੇ ਐਕਸ਼ਨਸ ਲੈ ਰਹੇ ਨੇ ਜਾਂ ਡਿਮਾਂਡਸ ਕਰ ਰਹੇ ਨੇ ਕਿ ਇਟਸ ਇਨਫ ਨਾਓ ਵੀ ਹੈਵ ਵਾਚਡ ਅ ਲੋਟ ਆਫ ਯੂ, ਕਿ ਅਸੀਂ ਬਹੁਤ ਕੁਝ ਦੇਖ ਚੁੱਕੇ ਹਾਂ ਹੁਣ ਤੱਕ, ਤੇ ਹੁਣ ਜਦੋਂ ਫਾਈਨਲੀ ਡਿਮਾਂਡ ਕਰ ਰਹੇ ਨੇ ਕਿ ਬਸ ਕਰੋ, ਨਹੀਂ ਕੁਝ ਇਹੋ ਜਿਹੇ ਵਰਡਸ ਜਾਂ ਇਹੋ ਜਿਹੀ ਚੀਜ਼ਾਂ ਯੂਜ਼ ਕਰੋ, ਤੇ ਹੁਣ ਕਿਉਂ ਉਹਨਾਂ ਨੂੰ ਉਹਨਾਂ ਤੇ ਬਲੇਮ ਲੱਗ ਰਹੇ ਨੇ ਕਿ ਉਹ ਹਿੰਦੂ ਰਾਸ਼ਟਰ ਦੀ ਡਿਮਾਂਡ ਕਰ ਰਹੇ ਨੇ ਜਾਂ ਫਿਰ ਉਹ ਬਾਕੀ ਧਰਮਾਂ ਦੇ ਖਿਲਾਫ ਹੋ ਗਏ ਨੇ ਜਾਂ ਉਹ ਕੱਟੜ ਹੋ ਗਏ ਨੇ। ਅਗਰ ਫਾਈਨਲੀ ਹੁਣ ਉਹ ਡਿਮਾਂਡਸ ਕਰ ਰਹੇ ਨੇ ਕਿ ਇਨਫ ਇਜ਼ ਇਨਫ, ਨਾਓ ਯੂ ਸ਼ੁਡ ਸਟਾਪ, ਕਿ ਹੁਣ ਤੁਹਾਨੂੰ ਰੁਕ ਜਾਣਾ ਚਾਹੀਦਾ, ਤੇ ਹੁਣ ਅਸੀਂ ਹਿੰਦੂਆਂ ਦੇ ਖਿਲਾਫ ਕਿਉਂ ਹੋ ਰਹੇ ਹਾਂ? ਫਿਰ ਗੱਲ ਹਿੰਦੂਆਂ ਦੇ ਖਿਲਾਫ ਦੀ ਨਹੀਂ ਹੈਗੀ, ਠੀਕ ਹੈ। ਆਪਾਂ ਮੂਵੀ ਦੀ ਗੱਲ ਕਰ ਰਹੇ ਹਾਂ, ਆਪਾਂ ਮੂਵੀ ਤੋਂ ਸਟਾਰਟ ਹੋਏ ਸੀਗੇ, ਠੀਕ ਹੈ। ਸੈਂਸਰ ਬੋਰਡ ਕਿਸੇ ਚੀਜ਼ ਕਰਕੇ ਬਣਿਆ ਸੀਗਾ, ਜੀ ਸੈਂਸਰ ਬੋਰਡ ਨੇ ਜੇ ਅਪਰੂਵ ਕੀਤੀ ਆ, ਠੀਕ ਹੈ। ਰੈਦਰ ਦੈਨ ਆਪਾਂ ਕਿਸੇ ਪਰਟੀਕੂਲਰ ਸਟਾਰ ਨੂੰ ਉਹ ਕਰੀਏ, ਅੱਜ ਕੱਲ੍ਹ ਨਾ ਇਹ ਫੇਮ ਗੇਮ ਹੈ ਇਹ, ਜਿਵੇਂ ਕਿਸੇ ਸਟਾਰ ਨੂੰ ਆਪਾਂ ਉਹ ਕਰਾਂਗੇ, ਮੈਂ ਕਹਿ ਦੂੰਗਾ ਮੈਂ ਮੋਦੀ ਨੂੰ ਬਹੁਤ ਚੀਜ਼ਾਂ ਬੋਲ ਦੂੰਗਾ, ਠੀਕ ਹੈ, ਠੀਕ ਹੈ। ਮੈਂ ਸਲਮਾਨ ਖਾਨ ਨੂੰ ਬਹੁਤ ਚੀਜ਼ਾਂ ਬੋਲ ਦੂੰਗਾ, ਠੀਕ ਹੈ। ਮੈਂ ਸਿੱਧੂ ਮੂਸੇਵਾਲੇ ਨੂੰ ਬਹੁਤ ਚੀਜ਼ਾਂ ਬੋਲ ਦੂੰਗਾ, ਠੀਕ ਹੈ। ਸਟਾਰ ਗੇਮ ਆ ਉਹ ਸਿਰਫ ਤੁਹਾਡੀ ਫੇਮ ਲੈਣ ਦੀ ਉਹ ਹੁੰਦੀ ਹੈ ਕਿ ਹਾਂ ਵੀ ਆਪਾਂ ਫੇਮ ਲੈਣੀ ਆ, ਜਦੋਂ ਬੰਦਾ ਮੁੱਕ ਗਿਆ ਫਿਰ ਸਾਰੇ ਰੁਝਾਨ ਹੀ ਮੁੱਕ ਜਾਂਦੇ ਹੁੰਦੇ ਆ। ਚਲੋ ਆਖਰੀ ਸਵਾਲ ਤੇ ਇਸ ਕਨਵਰਸੇਸ਼ਨ ਨੂੰ ਖਤਮ ਕਰਦੇ ਕਿਉਂਕਿ ਬਹੁਤ ਲੰਬੀ ਗੱਲਬਾਤ ਹੋ ਗਈ ਆ ਤੇ ਇਹ ਮੁੱਦਾ ਪਠਾਨ ਤੋਂ ਹਟ ਕੇ ਮੈਨੂੰ ਲੱਗਦਾ ਹੋਰ ਹੀ ਪਾਸੇ ਚਲਾ ਗਿਆ। ਲਾਸਟ ਸਵਾਲ ਇਹ ਹੋਏਗਾ ਕਿ ਉਹੀ ਗੱਲ ਕਰ ਰਹੇ ਨੇ, ਸੈਂਸਰ ਬੋਰਡ ਆ, ਹੁਣ ਸੈਂਸਰ ਬੋਰਡ ਕਿਸੇ ਰੀਜ਼ਨ ਕਰਕੇ ਬਣਿਆ ਨਾ, ਸੈਂਸਰ ਬੋਰਡ ਵੀ, ਠੀਕ ਹੈ। ਲੋਕ ਬੰਦਿਆਂ ਨੂੰ ਟਾਰਗੇਟ ਕਰ ਰਹੇ ਕਿ ਹਾਂ ਫਲਾਨਾ ਮੁਸਲਮਾਨ ਹੈ, ਹੋ ਸਕਦਾ ਉਹਦਾ ਡਾਇਰੈਕਟਰ ਕੋਈ ਹੋਰ ਹੋਵੇ। ਸੋ ਲਾਸਟ ਸਵਾਲ ਇਹੀ ਸੀ ਮੇਰਾ ਕਿ ਬਤੌਰ ਐਕਟਰ ਜਾਂ ਬਤੌਰ ਪੋਲੀਟੀਕਲ ਨੇਤਾ ਜਾਂ ਬਤੌਰ ਕੋਈ ਵੀ ਸੋਸ਼ਲ ਮੀਡੀਆ ਜਾਂ ਮੀਡੀਆ ਪਰਸਨੈਲਿਟੀ, ਹਰ ਕਿਸ ਦਾ ਫਰਜ਼ ਨਹੀਂ ਬਣ ਜਾਂਦਾ ਫਿਰ ਕਿ ਉਹ ਆਪਣੇ ਵਰਡਸ ਜਾਂ ਫਿਰ ਆਪਣੇ ਐਕਸ਼ਨਸ ਜਾਂ ਫਿਰ ਅਗਰ ਤੁਸੀਂ ਕਿਸ ਤਰ੍ਹਾਂ ਦੇ ਦੇਸ਼ ਦੇ ਵਿੱਚ ਰਹਿ ਰਹੇ ਹੋ ਜਿੱਥੇ ਪਤਾ ਨਹੀਂ ਕਿੰਨੇ ਧਰਮਾਂ ਦੇ ਲੋਕ, ਕਿੰਨੀ ਜਾਤੀਆਂ ਦੇ ਲੋਕ ਰਹਿੰਦੇ ਨੇ, ਤਾਂ ਐਜ਼ ਐਕਟਰ ਜਾਂ ਫਿਰ ਐਜ਼ ਡਾਇਰੈਕਟਰ ਉਹਨਾਂ ਦੀ ਵੀ ਰਿਸਪੌਂਸਿਬਿਲਿਟੀ ਕਿਤੇ ਨਾ ਕਿਤੇ ਵੱਧਦੀ, ਜਾਂ ਦਰਸ਼ਕਾਂ ਦੀ ਵੀ ਉਮੀਦਾਂ ਉਹਨਾਂ ਤੋਂ ਕਿਤੇ ਨਾ ਕਿਤੇ ਵੱਧ ਨਹੀਂ ਜਾਂਦੀਆਂ ਫਿਰ ਕਿ ਇਹ ਨਾ ਬੋਲਣ, ਬਿਕੋਜ਼ ਇਹਨਾਂ ਨੂੰ ਹੀ ਸੁਣ ਕੇ ਜਾਂ ਦੇਖ ਕੇ ਸਾਡੇ ਬੱਚੇ ਜਾਂ ਅੱਗੇ ਵੀ ਸਿੱਖਣਗੇ। ਵੱਧਦੀਆਂ ਆਫ ਕੋਰਸ ਵੱਧਦੀਆਂ, ਠੀਕ ਹੈ, ਪਰ ਤੁਸੀਂ ਹਰ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ। ਜੇ ਮੈਂ ਕਹਿੰਦਾ ਵੀ ਹਾਂ ਮੈਂ ਹਰ ਇੱਕ ਕਿਸੇ ਨੂੰ ਖੁਸ਼ ਕਰ ਦੂੰਗਾ, ਇੱਕ ਘਰ ਦੇ ਵੀ 4 ਬੰਦੇ ਖੁਸ਼ ਨਹੀਂ ਕਰਨੇ ਔਖੇ, ਖੁਸ਼ ਕਰਨੇ ਔਖੇ ਹੋ ਜਾਂਦੇ ਆ। ਇਹ ਤਾਂ ਫਿਰ ਪੂਰਾ ਦੇਸ਼ ਆ, ਠੀਕ ਹੈ। ਰਹੀ ਗੱਲ ਬਾਕੀ ਕਿ ਹਾਂ ਵੀ ਡਾਇਰੈਕਟਰਸ ਨੂੰ ਸੋਚਣਾ ਚਾਹੀਦਾ ਜਾਂ ਉਹ ਬਾਕੀ ਉਹ ਚੀਜ਼ ਸੈਂਸਰ ਬੋਰਡ ਦੀ ਆ, ਤੇ ਰੈਦਰ ਦੈਨ ਆਪਾਂ ਵੀ ਕਿਸੇ ਪਰਟੀਕੂਲਰ ਧਰਮ ਨੂੰ ਜਾਂ ਧਰਮ ਦੇ ਬੰਦੇ ਨੂੰ ਆਪਾਂ ਉਹ ਕਰੀਏ, ਤਾਂ ਵੀ ਸੈਂਸਰ ਬੋਰਡ ਇਸੇ ਕੰਮ ਵਾਸਤੇ ਬੈਠਾ ਕਿ ਹਾਂ ਵੀ ਉਹ ਇਸ ਚੀਜ਼ ਨੂੰ ਕਰੈਕਟ ਕਰ ਸਕਦੇ ਆ ਕਿ ਹਾਂ ਵੀ ਇਹ ਚੀਜ਼ ਗਲਤ ਹੈ, ਇਹ ਚੀਜ਼ ਸਹੀ ਆ, ਠੀਕ ਹੈ। ਜਿਹੜੇ ਵੀ ਉਸ ਸਭ ਤੋਂ ਪਹਿਲਾਂ ਮੁੱਦੇ ਖੜੇ ਹੋਣ, ਉਸ ਤੋਂ ਪਹਿਲਾਂ ਇਹ ਸੈਂਸਰ ਬੋਰਡ ਨਾਲ ਕਰ ਸਕਦੇ ਆ ਇਹ ਸਭ ਕੁਝ, ਠੀਕ। ਸੋ ਲਾਸਟਲੀ ਮੈਂ ਇਹ ਕਹਿਣਾ ਚਾਹੂੰਗੀ ਕਿ ਜੋ ਵੀ ਕਿਸੇ ਵੀ ਧਰਮ ਨੂੰ ਮੰਨਦਾ, ਚਾਹੇ ਉਹ ਹਿੰਦੂ ਧਰਮ ਹੈ ਜਾਂ ਵਾਟ ਐਵਰ ਤੁਹਾਡੇ ਓਪੀਨੀਅਨਸ ਆ, ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਹਰ ਕੋਈ ਜਿੱਥੇ ਵੀ ਇੱਕ ਵਾਰੀ ਮੱਥਾ ਟੇਕਦਾ ਹੈ ਜਾਂ ਕਿਤੇ ਕਿਸੇ ਐਨਰਜੀ 'ਚ ਬਿਲੀਵ ਕਰਦਾ ਤਾਂ ਇਟ ਮੀਨਸ ਉਹਦੇ ਲਈ ਉਹ ਐਨਰਜੀ ਐਗਜ਼ਿਸਟ ਕਰਦੀ ਆ। ਆਫ ਕੋਰਸ ਇਹ ਐਨਰਜੀ ਐਗਜ਼ਿਸਟ ਕਰਦੀ ਆ, ਠੀਕ ਹੈ। ਬਟ ਆਪਾਂ ਕੋਈ ਵੀ ਬੰਦਾ ਜਿਹੜਾ ਨਾਰਮਲੀ ਆਪਾਂ ਕਹਿ ਲਈਏ, ਕੋਈ ਵੀ ਬੰਦਾ ਇਹ ਚੀਜ਼ ਮਿੱਥ ਕੇ ਨਹੀਂ ਕਰਦਾ ਹੁੰਦਾ ਕਿ ਹਾਂ ਆਪਾਂ ਮਿਆਨੇ ਆਜੋ ਚੱਲ ਆਜੋ ਅੱਜ ਆਪਾਂ ਕਿਸੇ ਦੀ ਇਨਸਲਟ ਕਰਦੇ ਹਾਂ, ਕਿਸੇ ਧਰਮ ਦੀ ਇਨਸਲਟ ਕਰਦੇ ਹਾਂ, ਠੀਕ ਹੈ। ਕੋਈ ਸ਼ਰਾਰਤੀ ਅਨਸਰ ਜ਼ਰੂਰ ਹੋਣਗੇ, ਬਟ ਇਫ ਸਮਵਨ ਇਜ਼ ਅ ਸਟਾਰ ਜਾਂ ਕੁਝ ਵੀ, ਤਾਂ ਮੈਨੂੰ ਨਹੀਂ ਲੱਗਦਾ ਉਹਨੂੰ ਇਸ ਚੀਜ਼ ਕੋਈ ਸੋਚ ਕੇ ਕਰਨ ਦੀ ਲੋੜ ਹੈ ਕਿ ਹਾਂ ਵੀ ਨਹੀਂ ਆਪਾਂ ਫਲਾਣੇ ਬੰਦੇ ਦੇ ਧਰਮ ਦੀ ਇਨਸਲਟ ਕਰੀਏ ਜਾਂ ਕੁਝ ਵੀ, ਠੀਕ ਹੈ। ਹਰੇਕ ਮੁੱਦਾ ਬੈਠ ਕੇ ਸੁਲਝਾਇਆ ਜਾ ਸਕਦਾ, ਠੀਕ ਹੈ। ਜੇ ਸੈਂਸਰ ਬੋਰਡ ਹੈਗੇ ਆ ਜਾਂ ਇਹ ਚੀਜ਼ਾਂ ਹੈਗੀਆਂ ਤਾਂ ਉਹਨਾਂ ਚੀਜ਼ਾਂ ਰੈਦਰ ਦੈਨ ਕਿ ਆਪਾਂ ਕਿਸੇ ਉਹਨੂੰ ਆਪਦੇ ਹੱਥ 'ਚ ਲਈਏ, ਕਾਨੂੰਨ ਨੂੰ ਜਾਂ ਹਰੇਕ ਚੀਜ਼ ਨੂੰ ਆਪਦੇ ਹੱਥ 'ਚ ਲਈਏ, ਉਹਦੇ ਨਾਲੋਂ ਬੈਟਰ ਇਹ ਚੀਜ਼ ਹੈ ਕਿ ਹਾਂ ਵੀ ਆਪਾਂ ਕਲੀਅਰ ਕਰ ਸਕੀਏ, ਠੀਕ ਹੈ, ਬੈਠ ਕੇ ਕਲੀਅਰ ਕਰ ਸਕੀਏ। ਸੋ ਇਹ ਸੀ ਜੀ ਜਨਤਾ ਯਾਨੀ ਕਿ ਆਮ ਦਰਸ਼ਕਾਂ ਦੇ, ਆਮ ਲੋਕਾਂ ਦੇ ਵਿਚਾਰ। ਕੋਈ
ਕੋਈ ਇਸ ਚੀਜ਼ ਨੂੰ ਗਲਤ ਦੱਸ ਗਿਆ, ਬਿਲਕੁਲ ਹੀ ਗਲਤ, ਤੇ ਕੁਝ ਨੇ ਕਿਹਾ ਕਿ ਚਲੋ ਠੀਕ ਹੈ ਗਲਤੀ ਹੋਈ ਹੈ, ਜਾਂ ਫਿਰ ਕਿਸੇ ਵੀ ਤਰੀਕੇ ਨਾਲ ਅਗਰ ਕਿਸੇ ਧਰਮ ਦੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਇਹਨੂੰ ਰੰਗ ਨਾਲ ਨਹੀਂ ਜੋੜਨਾ ਚਾਹੀਦਾ, ਤੇ ਉਹ ਇੱਕ ਕਲਾਕਾਰ ਨੇ, ਉਹਨਾਂ ਨੂੰ ਕਲਾਕਾਰ ਦੇ ਤੌਰ ਤੇ ਹੀ ਲੈਣਾ ਚਾਹੀਦਾ। ਵੱਖੋ ਵੱਖਰੇ ਸਭ ਨੇ ਓਪੀਨੀਅਨਸ ਦਿੱਤੇ। ਤੁਹਾਡੇ ਕੀ ਓਪੀਨੀਅਨ ਨੇ ਕਿ ਕੀ ਪਠਾਨ ਫਿਲਮ ਦੇ ਵਿੱਚ ਵਾਕਈ ਹਿੰਦੂ ਧਰਮ ਦੀ ਜਾਂ ਸਿੱਖ ਧਰਮ ਦੀ ਜਾਂ ਜੋ ਵੀ ਧਰਮ ਕੇਸਰੀ ਰੰਗ ਜਾਂ ਭਗਵਾ ਰੰਗ ਨੂੰ ਆਪਣਾ ਪੂਜਨੀਏ ਜਾਂ ਉਹਨੂੰ ਰਿਸਪੈਕਟਫੁਲ ਮੰਨਦਾ ਹੈ ਉਸ ਰੰਗ ਨੂੰ, ਕਿ ਉਹਨਾਂ ਧਰਮਾਂ ਦਾ ਜਿਹੜਾ ਅਪਮਾਨ ਹੋਇਆ ਹੈ ਜਾਂ ਨਹੀਂ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਦੇਖਦੇ ਰਹੋ ਸਾਂਝਾ ਟੀਵੀ। ਸਤਿ ਸ਼੍ਰੀ ਅਕਾਲ।